So today we are going to start with the first chapter of chemistry, that is matter. So ਅੱਜ ਆਪਾਂ chapter number first chemistry ਦਾ matter start ਕਰਨ ਲੱਗੇ ਹਾਂ। ਤਾਂ matter ਦੀ basic definition ਤੁਹਾਨੂੰ ਆਂਦੀ ਹੋਊਗੀ might be. So what is a matter? Matter is anything that has mass and occupies space. Matter ਇੱਕ ਉਹ ਵਾਲਾ substance ਹੈ, ਇੱਕ ਉਹ ਵਾਲਾ material ਹੈ ਜਿਹਦਾ ਕੋਈ ਨਾ ਕੋਈ mass ਹੋਵੇ ਤੇ ਕੋਈ ਨਾ ਕੋਈ space ਉਹ occupy ਕਰੇ, ਉਹਨੂੰ ਆਪਾਂ matter ਬੋਲਦੇ ਹਾਂ। ਜਿਵੇਂ ਇਹ ਵਾਲੇ ਟੇਬਲ ਨੇ, ਟੇਬਲ ਦਾ ਕੋਈ ਨਾ ਕੋਈ ਮਾਸ ਹੈ ਪਲੱਸ ਟੇਬਲ ਕੋਈ ਨਾ ਕੋਈ ਸਪੇਸ ਆਕੂਪਾਈ ਕਰ ਰਿਹਾ, ਤਾਂ ਇਹ ਟੇਬਲ ਕੀ ਇੱਕ ਮੈਟਰ ਹੈ। ਪਲੱਸ ਦੇਖੋ ਜਿਵੇਂ ਟੈਲੀਵਿਜ਼ਨ ਦਾ ਵੀ ਕੋਈ ਮਾਸ ਹੈ ਪਲੱਸ ਟੈਲੀਵਿਜ਼ਨ ਕੋਈ ਸਪੇਸ ਆਕੂਪਾਈ ਕਰ ਰਿਹਾ, ਤਾਂ ਟੈਲੀਵਿਜ਼ਨ ਕੀ ਹੈ, ਮੈਟਰ। ਤਾਂ ਹਰੇਕ ਚੀਜ਼ ਦੈਟ ਹੈਜ਼ ਮਾਸ ਐਂਡ ਆਕੂਪਾਈ ਸਪੇਸ, ਉਹ ਹਰੇਕ ਚੀਜ਼ ਇੱਕ ਮੈਟਰ ਹੈ। ਬਟ ਅਗਰ ਆਪਾਂ ਗੱਲ ਕਰੀਏ ਜਿਵੇਂ ਫੀਲਿੰਗਸ ਦੀ ਜਾਂ ਲਾਈਟ ਦੀ ਜਾਂ ਸ਼ੈਡੋ ਦੀ, ਤਾਂ ਉਹ ਵਾਲੇ ਮਟੀਰੀਅਲ ਜਿਨ੍ਹਾਂ ਦਾ ਮਾਸ ਨਹੀਂ ਹੈਗਾ, ਜੋ ਸਪੇਸ ਨਹੀਂ ਲੈਂਦੇ, ਉਹ ਮੈਟਰ ਨਹੀਂ ਹੁੰਦੇ। ਫੋਰ ਐਗਜ਼ਾਮਪਲ ਜਿਵੇਂ ਸ਼ੈਡੋ ਦਾ ਕੋਈ ਮਾਸ ਨਹੀਂ ਹੈਗਾ, ਕੋਈ ਸਪੇਸ ਨਹੀਂ ਆਕੂਪਾਈ ਕਰਦੀ, ਤਾਂ ਉਹ ਮੈਟਰ ਨਹੀਂ ਹੈਗੀ। ਅਗਰ ਆਪਾਂ ਗੱਲ ਕਰੀਏ ਫੀਲਿੰਗਸ ਦੀ, ਵੀ ਗੁੱਡ ਫੀਲਿੰਗ ਹੈ ਜਾਂ ਬੈਡ ਫੀਲਿੰਗ ਹੈ, ਤਾਂ ਉਹਦੀ ਵੀ ਕੋਈ ਮਤਲਬ ਮਾਸ ਨਹੀਂ ਹੈ, ਕੋਈ ਆਕੂਪਾਈ ਸਪੇਸ ਨਹੀਂ ਕਰਦਾ, ਤਾਂ ਉਹ ਵੀ ਇੱਕ ਮੈਟਰ ਨਹੀਂ ਹੈਗਾ। ਅਗਰ ਆਪਾਂ ਗੱਲ ਕਰੀਏ ਲਾਈਟ ਦੀ, ਤਾਂ ਲਾਈਟ ਦਾ ਵੀ ਕੋਈ ਮਾਸ ਨਹੀਂ, ਲਾਈਟ ਕੋਈ ਸਪੇਸ ਨਹੀਂ ਆਕੂਪਾਈ ਕਰਦਾ, ਤਾਂ ਲਾਈਟ ਵੀ ਕੀ ਹੈ, ਮੈਟਰ ਨਹੀਂ ਹੈਗਾ। ਠੀਕ ਹੈ, ਤਾਂ ਜਿਹੜੇ ਮਟੀਰੀਅਲਸ ਦਾ ਮਾਸ ਅਤੇ ਉਹ ਸਪੇਸ ਆਕੂਪਾਈ ਕਰਨਗੇ ਤਾਂ ਉਹ ਮੈਟਰਸ ਹੈਗੇ ਆ। ਜੋ ਸਪੇਸ ਅਤੇ ਮਾਸ ਆਕੂਪਾਈ ਨਹੀਂ ਕਰਨਗੇ, ਜਿਵੇਂ ਸ਼ੈਡੋ, ਫੀਲਿੰਗਸ, ਲਾਈਟ, ਇਹ ਸਾਰਾ ਕੁਛ ਮੈਟਰ ਨਹੀਂ ਹੈਗਾ। ਨੈਕਸਟ ਆ ਗਿਆ ਆਪਣੇ ਕੋਲ ਕੰਪੋਜੀਸ਼ਨ ਆਫ ਮੈਟਰ। ਜਿਵੇਂ ਆਪਣੀ ਬੋਡੀ ਹੈ, ਬੋਡੀ ਵਿੱਚ ਕੀ ਹੈ, ਸੈਲਸ ਨੂੰ ਜੋੜ ਕੇ ਟਿਸ਼ੂ ਬਣਦੇ ਆ, ਟਿਸ਼ੂ ਨੂੰ ਜੋੜ ਕੇ ਆਪਣਾ ਪੂਰਾ ਔਰਗਨਸ ਬਣਦੇ ਆ। ਠੀਕ ਹੈ, ਬਾਅਦ ਵਿੱਚ ਔਰਗੈਨਿਜ਼ਮ ਬਣਦਾ। ਉਵੇਂ ਜਿਹੜਾ ਇੱਕ ਮੈਟਰ ਹੈ, ਮੈਟਰ ਵਿੱਚ ਵੀ ਇੱਕ ਛੋਟੇ ਪਾਰਟੀਕਲਸ ਲੱਗੇ ਹੁੰਦੇ ਆ। ਜਿਵੇਂ ਕੋਈ ਵੀ ਇੱਕ ਮੈਟਰ ਹੈ, ਮੈਟਰ ਇੱਕ ਛੋਟੇ ਪਾਰਟੀਕਲਸ ਨੂੰ ਜੋੜ ਕੇ ਬਣਿਆ ਹੁੰਦਾ। ਆਪਾਂ ਉਹਦੇ ਬਾਰੇ ਹੁਣ ਸਟੱਡੀ ਕਰਨਾ ਕਿ ਉਹ ਪਾਰਟੀਕਲਸ ਕਿਹੜੇ ਹੁੰਦੇ ਆ। ਇਫ ਦਾ ਮੈਟਰ ਕੰਸਿਸਟ ਆਫ ਓਨਲੀ ਵਨ ਕਾਈਂਡ ਆਫ ਐਲੀਮੈਂਟ, ਕੋਈ ਵੀ ਇੱਕ ਮੈਟਰ ਹੈ ਜਿਹਦੇ ਵਿੱਚ ਸਾਰੇ ਸੇਮ ਕਾਈਂਡ ਆਫ ਐਲੀਮੈਂਟਸ ਲੱਗੇ ਹੋਏ ਆ, ਸੇਮ ਕਾਈਂਡ ਆਫ ਐਟਮਸ ਕਹਿ ਲਓ, ਜਿਹਦੇ ਵਿੱਚ ਸਾਰੇ ਸੇਮ ਕਾਈਂਡ ਆਫ ਐਟਮਸ ਲੱਗੇ ਹੋਏ ਆ ਜਾਂ ਸੇਮ ਕਾਈਂਡ ਆਫ ਐਲੀਮੈਂਟ ਤੋਂ ਬਣਿਆ ਹੋਇਆ, ਉਹਨੂੰ ਆਪਾਂ ਸਮੋਲੈਸਟ ਯੂਨਿਟ ਨੂੰ ਐਟਮ ਬੋਲਦੇ ਹਾਂ। ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਆਇਰਨ ਹੈ, ਮੇਰੇ ਕੋਲ ਇੱਕ ਆਇਰਨ ਦਾ ਬਲੋਕ ਹੈ, ਇੱਕ ਆਇਰਨ ਦਾ ਮੇਰੇ ਕੋਲ ਪੀਸ ਹੈ। ਉਸ ਆਇਰਨ ਦੇ ਅੰਦਰ ਓਬਵੀਅਸ ਸਾਰੇ ਜਿਹੜੇ ਐਲੀਮੈਂਟਸ ਹੋਣਗੇ ਉਹ ਆਇਰਨ ਹੀ ਹੋਣਗੇ। ਠੀਕ ਹੈ, ਕਿਉਂਕਿ ਹੈ ਹੀ ਪਿਓਰ ਉਹ ਆਇਰਨ ਹੈ, ਤਾਂ ਉਹਦੇ ਵਿੱਚ ਪਾਰਟੀਕਲਸ ਵੀ ਸਾਰੇ ਆਇਰਨ ਦੇ ਆ, ਸੇਮ ਕਾਈਂਡ ਆਫ ਐਲੀਮੈਂਟ। ਤਾਂ ਜਿਹੜਾ ਸਮੋਲੈਸਟ ਯੂਨਿਟ ਹੈ, ਜਿਹੜੀ ਸਮੋਲੈਸਟ ਯੂਨਿਟ ਮੈਂ ਲੈ ਰਹੀ ਹਾਂ, ਇਹ ਸਮੋਲੈਸਟ ਯੂਨਿਟ ਐਕਚੁਅਲੀ ਕੀ ਹੈ, ਐਟਮ ਹੈ। ਮਤਲਬ ਐਟਮ ਇੱਕ ਕੰਪੋਜੀਸ਼ਨ ਹੈ ਮੈਟਰ ਦਾ, ਐਟਮਸ ਨੂੰ ਜੋੜ ਕੇ ਮੈਟਰ ਬਣਦਾ ਇੱਕ। ਨੈਕਸਟ ਆ ਗਿਆ ਆਪਣੇ ਕੋਲ ਮੋਲੀਕਿਊਲਸ ਕੀ ਹੁੰਦਾ ਹੈ, ਅਗਰ ਮੈਟਰ ਦੇ ਵਿੱਚ 2 ਜਾਂ 2 ਤੋਂ ਵੱਧ ਐਲੀਮੈਂਟਸ ਕੰਬਾਈਨ ਹੋ ਜਾਣ ਤਾਂ ਉਹ ਸਮੋਲੈਸਟ ਯੂਨਿਟ ਨੂੰ ਆਪਾਂ ਮੋਲੀਕਿਊਲ ਬੋਲਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਇਸ ਬੀਕਰ ਦੇ ਵਿੱਚ ਮੇਰੇ ਕੋਲ ਵਾਟਰ ਮੋਲੀਕਿਊਲਸ ਹੈ, ਆ ਵੀ ਵਾਟਰ ਮੋਲੀਕਿਊਲ, ਆ ਵੀ ਵਾਟਰ ਮੋਲੀਕਿਊਲ, ਸਾਰਾ ਵਾਟਰ ਮੋਲੀਕਿਊਲ ਜੋੜ ਕੇ ਉਹਨੇ ਪੂਰਾ ਇੱਕ ਵਾਟਰ ਬਣਾ ਲਿਆ। ਠੀਕ ਹੈ, ਬਟ ਐਕਚੁਅਲੀ ਇਹ ਵਾਟਰ ਮੋਲੀਕਿਊਲ ਕੀ ਹੈ, ਵਾਟਰ ਮੋਲੀਕਿਊਲ ਕੀ ਹੈ, H2O ਵਿੱਚ 2 ਐਲੀਮੈਂਟਸ ਕੰਬਾਈਨ ਕੀਤੇ ਹੋਏ ਆ। ਤਾਂ ਉਹ ਵਾਲਾ ਮੈਟਰ ਜਿਹਦੇ ਵਿੱਚ 2 ਔਰ ਮੋਰ ਐਲੀਮੈਂਟਸ ਕੰਬਾਈਨਡ ਹੋਣਗੇ, ਤਾਂ ਉਹ ਜਿਹੜੀ ਸਮੋਲੈਸਟ ਯੂਨਿਟ ਬਣ ਜੂਗੀ, ਉਹਨੂੰ ਆਪਾਂ ਮੋਲੀਕਿਊਲ ਕਹਾਂਗੇ। ਠੀਕ ਹੈ, ਆ ਮੋਲੀਕਿਊਲ ਮੇ ਕੰਸਿਸਟ ਆਫ 2 ਔਰ ਮੋਰ ਐਟਮਸ, ਮੋਲੀਕਿਊਲ ਦੇ ਵਿੱਚ 2 ਜਾਂ 2 ਤੋਂ ਮੋਰ ਐਟਮਸ ਵੀ ਹੋ ਸਕਦੇ ਆ। ਨੈਕਸਟ ਆ ਗਿਆ ਆਪਣੇ ਕੋਲ ਕਾਇਨੈਟਿਕ ਥਿਊਰੀ ਆਫ ਮੈਟਰ। ਕਾਇਨੈਟਿਕ ਥਿਊਰੀ ਆਫ ਮੈਟਰ ਕਾਫੀ ਇੰਪੋਰਟੈਂਟ ਹੈ। ਤਾਂ ਕਾਇਨੈਟਿਕ ਥਿਊਰੀ ਆਫ ਮੈਟਰ ਕੀ ਹੈ, 200 ਈਅਰਸ ਪਹਿਲਾਂ ਦਿੱਤੀ ਸੀ। ਕਿਹਨੇ ਦਿੱਤੀ ਸੀ, ਕੁਝ ਸਾਇੰਟਿਸਟ ਨੇ ਦਿੱਤੀ ਸੀ, ਜਿਵੇਂ ਡਾਲਟਨ, ਜਾਊਲ, ਡੇਵਿਡ, ਮੈਕਸਵੈਲ ਅਤੇ ਬੋਲਟਜ਼ਮੈਨ। ਇਹ 4-5 ਸਾਇੰਟਿਸਟ ਦੇ ਨੇਮ ਹੈ। ਇਹ ਸਾਇੰਟਿਸਟ ਨੇ ਟੂਗੈਦਰ ਹੀ ਇੱਕ ਮਤਲਬ ਥਿਊਰੀ ਦਿੱਤੀ ਸੀ ਮੈਟਰ ਦੇ ਅਕੋਰਡਿੰਗ, ਕਿ ਮੈਟਰ ਕਿਵੇਂ ਦੇ ਪਾਰਟੀਕਲਸ ਹੁੰਦੇ ਆ, ਉਹ ਪਾਰਟੀਕਲਸ ਕਿਵੇਂ ਅਰੇਂਜਡ ਹੁੰਦੇ ਆ, ਉਹ ਸਾਰਾ ਕੁਝ ਆਪਾਂ ਕਾਇਨੈਟਿਕ ਥਿਊਰੀ ਆਫ ਮੈਟਰ ਵਿੱਚ ਪੜ੍ਹਾਂਗੇ। ਠੀਕ ਹੈ, ਹੁਣ ਮੇਨ ਪੁਆਇੰਟ ਕਿਹੜੇ ਸੀ, ਐਕਚੁਅਲੀ ਕੁਐਸਚਨ ਇਹ ਇੰਪੋਰਟੈਂਟ ਹੈ, ਵਾਟ ਆਰ ਦਾ ਮੇਨ ਪੋਸਟੂਲੇਟਸ, ਮੇਨ ਪੁਆਇੰਟਸ ਮਤਲਬ ਮੇਨ ਪੋਸਟੂਲੇਟਸ ਆਫ ਕਾਇਨੈਟਿਕ ਥਿਊਰੀ ਆਫ ਮੈਟਰ। ਤਾਂ ਫਸਟ ਮੇਨ ਪੋਸਟੂਲੇਟ ਕੀ ਸੀਗਾ, ਐਵਰੀ ਮੈਟਰ ਇਜ਼ ਮੇਡ ਅਪ ਆਫ ਟਾਈਨੀ ਪਾਰਟੀਕਲ ਕਾਲਡ ਮੋਲੀਕਿਊਲਸ। ਹਰੇਕ ਜੋ ਵੀ ਮੈਟਰ ਹੈ, ਉਹ ਹਰੇਕ ਮੈਟਰ ਇੱਕ ਛੋਟੇ ਪਾਰਟੀਕਲਸ ਨੂੰ ਜੋੜ ਕੇ ਬਣਿਆ ਹੁੰਦਾ ਹੈ, ਉਹ ਪਾਰਟੀਕਲਸ ਨੂੰ ਆਪਾਂ ਮੋਲੀਕਿਊਲਸ ਬੋਲਦੇ ਹਾਂ। ਐਟਮਸ ਵੀ ਬੋਲ ਸਕਦੇ ਹਾਂ, ਮੋਲੀਕਿਊਲਸ ਵੀ ਬੋਲਦੇ ਹਾਂ। ਠੀਕ ਹੈ, ਇੱਥੇ ਐਕਚੁਅਲੀ ਆਪਾਂ ਗੱਲ ਕਰਨੀ ਹੈ ਮੋਲੀਕਿਊਲਸ ਦੀ ਹੀ। ਠੀਕ ਹੈ, ਮੋਲੀਕਿਊਲ ਆਫ ਅ ਸਬਸਟਾਂਸ ਆਰ ਆਇਡੈਂਟੀਕਲ ਇਨ ਸ਼ੇਪ, ਸਾਈਜ਼ ਐਂਡ ਮਾਸ। ਅਗਰ ਮੈਂ ਕੋਈ ਵੀ ਇੱਕ ਸਬਸਟਾਂਸ ਲਵਾਂ, ਇੱਕ ਸਬਸਟਾਂਸ ਦੇ ਅੰਦਰ ਜਿੰਨੇ ਵੀ ਮੋਲੀਕਿਊਲਸ ਲੱਗੇ ਹੋਣਗੇ, ਉਹ ਸਾਰੇ ਮੋਲੀਕਿਊਲਸ ਦੀ ਸ਼ੇਪ,
ਸਾਰੇ ਮੋਲੀਕਿਊਲਸ ਦੇ ਸਾਈਜ਼ ਤੇ ਮਾਸ ਉਹ ਸੇਮ ਹੋਣਗੇ। ਬਟ ਜੇ ਮੈਂ ਇਹਦੇ ਜਗ੍ਹਾ 'ਤੇ ਹੁਣ ਕੋਈ ਹੋਰ ਐਲੀਮੈਂਟ ਲੈ ਲਿਆ ਜਾਂ ਕੋਈ ਹੋਰ ਮੈਟਰ ਲੈ ਲਿਆ, ਉਹ ਮੈਟਰ ਦੇ ਇਹਦੇ ਨਾਲੋਂ ਮੋਲੀਕਿਊਲਸ ਵੱਖਰੇ ਲੱਗੇ ਹੋਣਗੇ। ਓਬਵੀਅਸ ਹੈ, ਇਹ ਮੈਟਰ ਹੋਰ ਹੈ, ਉਹ ਮੈਟਰ ਹੋਰ ਹੈ, ਇਹਦੇ ਮੋਲੀਕਿਊਲਸ ਅਲੱਗ ਸ਼ੇਪ ਸਾਈਜ਼ ਮਾਸ ਦੇ ਹੈ, ਇਹਦੇ ਮੋਲੀਕਿਊਲਸ ਅਲੱਗ ਸ਼ੇਪ ਸਾਈਜ਼ ਮਾਸ ਦੇ ਹੈ। ਠੀਕ ਹੈ, ਨੈਕਸਟ ਹੈ molecules are continuously in a state of random motion of molecules is different in different state। ਜਿਵੇਂ ਮੰਨ ਲਓ ਆਪਣੇ ਕੋਲ ਸੋਲਿਡ ਹੈ, ਜਿਵੇਂ ਸੋਲਿਡ ਹੈ, ਲਿਕੁਇਡ ਹੈ, ਗੈਸਿਸ ਹੈ। ਐਕਚੁਅਲੀ ਸੋਲਿਡ ਦੇ ਵਿੱਚ ਕੀ ਹੈ ਜਾਂ ਲਿਕੁਇਡ ਜਾਂ ਗੈਸ ਦੇ ਵਿੱਚ ਕੀ ਹੈ, ਪਾਰਟੀਕਲਸ ਇੱਦਾਂ ਨਹੀਂ ਕਿ ਇੱਕ ਜਗ੍ਹਾ 'ਤੇ ਮਤਲਬ ਰੈਸਟ 'ਤੇ ਰਹਿੰਦੇ ਆ, ਇੱਦਾਂ ਨਹੀਂ ਹੁੰਦਾ ਗਾ। ਪਾਰਟੀਕਲਸ ਹਮੇਸ਼ਾ ਕੰਟੀਨਿਊਸਲੀ ਇੱਦਾਂ ਦਾ, ਕਿਉਂਕਿ ਸੋਲਿਡ ਵਿੱਚ ਪਾਰਟੀਕਲਸ ਨੇ ਐਕਚੁਅਲੀ ਤਾਂ ਮੂਵ ਨਹੀਂ ਕਰਨਾ, ਪਾਰਟੀਕਲਸ ਨੇ ਉੱਥੇ ਆਪਦੀ ਪੋਜੀਸ਼ਨ 'ਤੇ ਹੀ ਰਹਿਣਾ, ਬਟ ਸਟਿਲ ਉਹ ਆਪਦੀ ਪੋਜੀਸ਼ਨ 'ਤੇ ਰਹਿ ਕੇ ਵੀ ਇੱਦਾਂ ਦਾ ਵਾਈਬਰੇਟ ਕਰਦੇ ਰਹਿੰਦੇ ਆ। ਇੱਦਾਂ ਵਾਈਬਰੇਟ ਕਰਨਾ ਜਾਂ ਇੱਦਾਂ ਵਾਈਬਰੇਟ ਕਰਨਾ ਤਾਂ ਹਮੇਸ਼ਾ ਕੀ ਹੈ, ਰੈਂਡਮ ਮੋਸ਼ਨ 'ਤੇ ਰਹਿੰਦੇ ਹੀ ਹੈ। ਲਿਕੁਇਡਸ ਵਿੱਚ ਤਾਂ ਪਾਰਟੀਕਲਸ ਮੂਵ ਕਰਦੇ ਹੀ ਰਹਿੰਦੇ ਆ, ਰੈਂਡਮ ਮੋਸ਼ਨ ਸ਼ੋ ਕਰਦੇ ਹੀ ਰਹਿੰਦੇ ਆ। ਗੈਸਿਸ ਦਾ ਪਾਰਟੀਕਲਸ ਹੋਰ ਦੂਰ ਹੈ, ਹੋਰ ਮੋਸ਼ਨ ਸ਼ੋ ਕਰਦੇ ਰਹਿੰਦੇ ਆ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਦ ਮੋਸ਼ਨ ਆਫ ਮੋਲੀਕਿਊਲਸ ਇਨਕਰੀਜ਼ਿਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਦੇਖੋ ਮੇਰੇ ਕੋਲ ਕੋਈ ਵੀ ਮੰਨ ਲਓ ਵਾਟਰ ਹੈ, ਅਗਰ ਮੈਂ ਵਾਟਰ ਨੂੰ ਹੀਟ ਕਰਨਾ ਸ਼ੁਰੂ ਕਰਦਾ, ਜਦੋਂ ਵਾਟਰ ਦੇ ਪਾਰਟੀਕਲਸ, ਵਾਟਰ ਦੇ ਮੋਲੀਕਿਊਲਸ ਪਹਿਲਾਂ ਇੱਦਾਂ ਸੀਗੇ, ਠੀਕ ਹੈ, ਜਦੋਂ ਵਾਟਰ ਦੇ ਮੋਲੀਕਿਊਲਸ ਜਾਂ ਕਿਸੇ ਵੀ ਸੋਲਿਡ ਲਿਕੁਇਡ ਗੈਸ ਨੂੰ ਆਪਾਂ ਹੀਟ ਕਰਨਾ ਸ਼ੁਰੂ ਕਰਦੇ ਹਾਂ ਨਾ, ਹੀਟ ਕਰਨ 'ਤੇ ਜਿਹੜੇ ਮੋਲੀਕਿਊਲਸ ਆ ਉਹ ਹੋਰ ਦੂਰ ਚੱਲ ਜਾਂਦੇ ਆ। ਠੀਕ ਹੈ, ਮੋਲੀਕਿਊਲਸ ਨੂੰ ਜਦੋਂ ਵੀ ਆਪਾਂ ਹੀਟ ਕਰਦੇ ਹਾਂ, ਉਹ ਹੀਟ ਕਰਨ 'ਤੇ ਮੋਲੀਕਿਊਲਸ ਹੋਰ ਦੂਰ ਚਲੇ ਜਾਂਦੇ ਆ। ਤਾਂ ਹੋਰ ਦੂਰ ਜਾਣ ਦਾ ਮਤਲਬ ਕਿ ਉਹ ਮੋਸ਼ਨ ਕਰਨਾ ਸ਼ੁਰੂ ਕਰਦੇ, ਉਹ ਹਿੱਲਣਾ, ਹੋਰ ਹਿੱਲਣਾ ਜੁਲਣਾ ਸ਼ੁਰੂ ਕਰ ਦਿੰਦੇ ਆ। ਅਤੇ ਟੈਂਪਰੇਚਰ ਇਨਕਰੀਜ਼ ਨਾਲ ਮੋਸ਼ਨ ਹੋਰ ਇਨਕਰੀਜ਼ ਹੋ ਜਾਂਦਾ। ਬਟ ਜੇ ਆਪਾਂ ਟੈਂਪਰੇਚਰ ਨੂੰ ਡਿਕਰੀਜ਼ ਕਰ ਦਈਏ, ਘਟਾ ਦਈਏ, ਤਾਂ ਜਿਹੜਾ ਉਹ ਮੋਸ਼ਨ ਆ ਉਹ ਸਲੋ ਡਾਊਨ ਹੋ ਜਾਊਗਾ। ਠੀਕ ਹੈ, ਡਿਊ ਟੂ ਮੋਲੀਕੂਲਰ ਮੋਸ਼ਨ ਦ ਮੋਲੀਕਿਊਲਸ ਆਫ ਅ ਸਬਸਟੈਂਸ ਪੋਜੈਸਿਸ ਕਾਈਨੈਟਿਕ ਐਨਰਜੀ। ਤਾਂ ਫਸਟ ਆਫ ਆਲ ਤੁਸੀਂ ਦੇਖੋ ਕਾਈਨੈਟਿਕ ਐਨਰਜੀ ਕੀ ਹੁੰਦਾ ਹੈ। ਕਾਈਨੈਟਿਕ ਐਨਰਜੀ ਦਾ ਮਤਲਬ ਕੀ ਹੈ ਕਿ ਜਦੋਂ ਕੋਈ ਵੀ ਪਾਰਟੀਕਲ ਜਾਂ ਕੋਈ ਵੀ ਆਬਜੈਕਟ, ਮੰਨ ਲਓ ਕਾਰ ਹੈ, ਬੱਸ ਹੈ, ਜਾਂ ਆਪਾਂ ਹਿਊਮਨ ਬੋਡੀ ਹੋਈ ਹੈ, ਜਦੋਂ ਕੋਈ ਵੀ ਚੀਜ਼ ਮੂਵ ਕਰ ਰਹੀ ਹੈ, ਮੂਵ ਕਰਨ ਦੇ ਉਹਦੇ ਵਿੱਚ ਕਿਹੜੀ ਐਨਰਜੀ ਹੁੰਦੀ ਹੈ, ਕਾਈਨੈਟਿਕ ਐਨਰਜੀ ਹੁੰਦੀ ਹੈ। ਠੀਕ ਹੈ, ਅਤੇ ਹੁਣ ਜਦੋਂ ਮੋਲੀਕਿਊਲਸ ਮੂਵ ਕਰਦੇ ਪਏ ਆ, ਮੋਲੀਕਿਊਲਸ ਇੱਧਰ ਉੱਧਰ ਜਾਈ ਜਾਂਦੇ ਆ, ਤਾਂ ਮੋਲੀਕਿਊਲਸ ਵਿੱਚ ਵੀ ਕਿਹੜੀ ਐਨਰਜੀ ਹੈ, ਕਾਈਨੈਟਿਕ ਐਨਰਜੀ। ਅਤੇ ਜਿਵੇਂ ਹੀ ਆਪਾਂ ਮੋਲੀਕਿਊਲਸ ਨੂੰ ਟੈਂਪਰੇਚਰ ਦੇਵਾਂਗੇ, ਜਿਵੇਂ ਹੀ ਆ ਮੋਲੀਕਿਊਲਸ ਨੂੰ ਟੈਂਪਰੇਚਰ ਦਿੱਤਾ, ਮੋਲੀਕਿਊਲਸ ਹੋਰ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਗਏ, ਹੋਰ ਮਤਲਬ ਮੂਵਮੈਂਟ ਕਰਨੀ ਸ਼ੁਰੂ ਕਰਤੀ ਉਹਨਾਂ ਨੇ, ਅਤੇ ਮੂਵਮੈਂਟ ਹੋਰ ਕੀਤੀ, ਇਨਕਰੀਜ਼ ਕੀਤੀ, ਮਤਲਬ ਕਾਈਨੈਟਿਕ ਐਨਰਜੀ ਵੀ ਇਨਕਰੀਜ਼ ਹੋ ਗਈ। ਤਾਂ ਟੈਂਪਰੇਚਰ ਇਨਕਰੀਜ਼ ਕਰਨ ਨਾਲ ਕਾਈਨੈਟਿਕ ਐਨਰਜੀ ਇਨਕਰੀਜ਼ ਹੋ ਜਾਂਦੀ ਹੈ, ਅਤੇ ਟੈਂਪਰੇਚਰ ਡਿਕਰੀਜ਼ ਕਰਨ ਨਾਲ ਕਾਈਨੈਟਿਕ ਐਨਰਜੀ ਵੀ ਘੱਟ ਜਾਂਦੀ ਹੈ। ਠੀਕ ਹੈ, ਦ ਮੋਲੀਕਿਊਲਸ ਆਫ ਸਬਸਟੈਂਸ ਹੈਵ ਸਪੇਸ ਬਿਟਵੀਨ ਦੈਮ। ਜਿਹੜੇ ਮੋਲੀਕਿਊਲਸ ਹੁੰਦੇ ਆ ਸਬਸਟੈਂਸ ਦੇ, ਜਿਵੇਂ ਆਹ ਵਾਲੇ ਮੋਲੀਕਿਊਲਸ ਹੈ, ਇਹ ਮੋਲੀਕਿਊਲਸ ਵਿੱਚ ਹਮੇਸ਼ਾ ਕੁਛ ਨਾ ਕੁਛ ਸਪੇਸ ਹੁੰਦੀ ਹੈ ਬਿਟਵੀਨ ਦੈਮ। ਅਤੇ ਜਿਹੜੀ ਸਪੇਸ ਬਿਟਵੀਨ ਦਾ ਮੋਲੀਕਿਊਲਸ ਹੁੰਦੀ ਹੈ, ਉਹ ਸਪੇਸ ਨੂੰ ਆਪਾਂ ਬੋਲਦੇ ਹਾਂ ਇੰਟਰਮੋਲੀਕਿਊਲਰ ਸਪੇਸ। the space between the two molecules of a substance or a matter, that space is known as intermolecular space। ਤੇ ਸੋਲਿਡ ਵਿੱਚ ਇਹ ਸਪੇਸ ਬਹੁਤ ਘੱਟ ਹੁੰਦੀ ਹੈ, ਇੰਟਰਮੋਲੀਕੂਲਰ ਸਪੇਸ। ਲਿਕੁਇਡ ਵਿੱਚ ਇਹ ਮੋਲੀਕਿਊਲਸ ਵਿੱਚ ਸਪੇਸ ਠੀਕ ਹੈ, ਲੈਸ ਹੈ, ਮਤਲਬ ਹਾਂ ਥੋੜ੍ਹੀ ਹੈਗੀ ਹੈ, ਸੌਰੀ ਨੋਟ ਲੈਸ, ਹੈਗੀ ਹੈ। ਅਤੇ ਇੰਟਰਮੋਲੀਕੂਲਰ ਸਪੇਸ ਬਹੁਤ ਜ਼ਿਆਦਾ ਹੁੰਦੀ ਹੈ ਗੈਸਿਸ ਦੇ ਵਿੱਚ। ਠੀਕ ਹੈ, ਨੈਕਸਟ ਆ ਗਿਆ ਵੇਰੀਅਸ ਫਰਮ, ਇਹ ਆਪਾਂ ਲਿਖ ਲਿਆ, ਸਮਝ ਲਿਆ ਕੀ ਹੈ ਕਿ ਗੈਸਿਸ ਵਿੱਚ ਸਭ ਤੋਂ ਜ਼ਿਆਦਾ ਇੰਟਰਮੋਲੀਕੂਲਰ ਸਪੇਸ ਹੁੰਦੀ ਹੈ, ਲਿਕੁਇਡ ਵਿੱਚ ਉਸ ਤੋਂ ਘੱਟ, ਅਤੇ ਸੋਲਿਡਸ ਵਿੱਚ ਸਭ ਤੋਂ ਲੀਸਟ ਇੰਟਰਮੋਲੀਕੂਲਰ ਸਪੇਸ ਹੁੰਦੀ ਹੈ। ਨੈਕਸਟ ਆ ਗਿਆ ਮੋਲੀਕਿਊਲਸ ਅਟਰੈਕਟ ਈਚ ਅਦਰ ਐਂਡ ਨੋਨ ਐਜ਼ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ। ਦੇਖੋ ਜਦੋਂ ਕੋਈ ਵੀ ਦੋ ਮੋਲੀਕਿਊਲਸ ਕਲੋਜ਼ ਹੈ ਇੱਕ ਦੂਜੇ ਦੇ, ਤਾਂ ਜਦੋਂ ਕੋਈ ਵੀ ਦੋ ਮੋਲੀਕਿਊਲਸ ਹੁੰਦੇ ਆ, ਉਦੋਂ ਮੋਲੀਕਿਊਲਸ ਦੇ ਵਿੱਚ ਹਮੇਸ਼ਾ ਇੱਕ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ। ਹਮੇਸ਼ਾ ਮੋਲੀਕਿਊਲਸ ਇੱਕ ਦੂਜੇ ਵੱਲ ਕਿਵੇਂ ਖਿੱਚੇ ਰਹਿੰਦੇ ਆ, ਇੱਕ ਫੋਰਸ ਨਾਲ ਖਿੱਚੇ ਰਹਿੰਦੇ ਆ। ਉਹ ਫੋਰਸ ਨੂੰ ਆਪਾਂ ਬੋਲਦੇ ਹਾਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ। ਹਮੇਸ਼ਾ ਦੋ ਮੋਲੀਕਿਊਲਸ ਦੇ ਵਿਚਕਾਰ ਇੱਕ ਫੋਰਸ ਹੁੰਦੀ ਹੈ, ਐਂਡ ਦ ਫੋਰਸ ਬਿਟਵੀਨ ਟੂ ਇੰਟਰਮੋਲੀਕੂਲਰ ਔਰ ਦ ਫੋਰਸ ਬਿਟਵੀਨ ਦ ਟੂ ਮੋਲੀਕਿਊਲਸ ਆਫ ਸਬਸਟੈਂਸ ਇਜ਼ ਨੋਨ ਐਜ਼ ਇੰਟਰਮੋਲੀਕੂਲਰ ਫੋਰਸ। ਠੀਕ ਹੈ, ਇਹਦੇ ਵਿੱਚ ਇੱਕ ਗੱਲ ਆਊਗੀ ਫੋਰਸ ਆਫ ਕੋਹੈਸ਼ਨ ਅਤੇ ਫੋਰਸ ਆਫ ਅਡਹੈਸ਼ਨ ਦੀ। ਇਹ ਵੀ ਦੇਖ ਲਓ ਕੀ ਹੁੰਦਾ ਫੋਰਸ ਆਫ ਕੋਹੈਸ਼ਨ ਐਂਡ ਫੋਰਸ ਆਫ ਅਡਹੈਸ਼ਨ। ਧਿਆਨ ਨਾਲ ਦੇਖੋ, ਮੰਨ ਲਓ ਮੇਰੇ ਕੋਲ ਇਸ ਬੀਕਰ ਦੇ ਵਿੱਚ ਕੀ ਹੈ, ਵਾਟਰ ਹੈ। ਇਹ ਵਾਲੀ ਬੀਕਰ ਵਿੱਚ ਮੇਰੇ ਕੋਲ ਵਾਟਰ ਹੈ। ਹੁਣ ਇਸ ਬੀਕਰ ਵਿੱਚ ਵਾਟਰ ਹੋਣ ਦਾ ਮਤਲਬ ਕੀ ਹੈ ਕਿ ਜੇ ਮੈਂ ਵਾਟਰ ਦੀ ਗੱਲ ਕਰਾਂ, ਵਾਟਰ ਐਕਚੁਅਲੀ ਕੀ ਹੈ, ਵਾਟਰ ਦੇ ਵਿੱਚ ਐਕਚੁਅਲੀ ਵਾਟਰ ਦੇ ਮੋਲੀਕਿਊਲਸ ਕੰਬਾਈਨ ਹੋਏ ਹੋਏ ਨੇ, ਤਾਂ H2O 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 ਇਹ ਸਾਰੇ ਮੋਲੀਕਿਊਲਸ ਕੰਬਾਈਨ ਹੋਏ ਆ। ਮੰਨ ਲਓ ਮੈਂ ਆਹ ਦੋ ਮੋਲੀਕਿਊਲਸ ਦੀ ਗੱਲ ਕਰਦੀ ਹਾਂ, ਜਿਹੜੇ ਮੋਲੀਕਿਊਲਸ ਨੇੜੇ ਨੇੜੇ ਹੈ, ਇਹ ਦੋ ਮੋਲੀਕਿਊਲਸ ਦੀ ਗੱਲ ਕਰਦੀ ਹਾਂ।
ਇਹ ਵੀ H2O ਦਾ ਮੋਲੀਕਿਊਲ ਹੈ, ਇਹ ਵੀ H2O ਦਾ ਮੋਲੀਕਿਊਲ ਹੈ। ਇਹ ਮੋਲੀਕਿਊਲ ਦੇ ਵਿੱਚ ਕੁਛ ਨਾ ਕੁਛ ਫੋਰਸ ਜ਼ਰੂਰ ਹੋਊਗੀ। ਤਾਂ ਜਿਹੜੀ ਫੋਰਸ ਤਾਂ ਬਿਟਵੀਨ ਸੇਮ ਐਲੀਮੈਂਟਸ ਹੁੰਦੀ ਹੈ, ਜਿਹੜੀ ਫੋਰਸ ਬਿਟਵੀਨ ਸੇਮ ਮੋਲੀਕਿਊਲਸ ਆਫ ਸਬਸਟੈਂਸ ਹੁੰਦੀ ਹੈ, ਉਹ ਫੋਰਸ ਨੂੰ ਆਪਾਂ ਬੋਲਦੇ ਹਾਂ ਫੋਰਸ ਆਫ ਕੋਹੈਸ਼ਨ। ਇੱਕ ਵਾਰ ਦੁਬਾਰਾ ਦੱਸ ਦਿੰਦੇ ਹਾਂ, ਫੋਰਸ ਆਫ ਕੋਹੈਸ਼ਨ ਦਾ ਮਤਲਬ ਕੀ ਹੈ? ਫੋਰਸ ਆਫ ਕੋਹੈਸ਼ਨ ਹੁੰਦਾ ਹੈ ਦਾ ਫੋਰਸ ਬਿਟਵੀਨ ਦਾ ਮੋਲੀਕਿਊਲਸ ਆਫ ਅ ਸਬਸਟੈਂਸ, ਸੇਮ ਮੋਲੀਕਿਊਲਸ। ਦੋ ਮੇਰੇ ਕੋਲ ਸੇਮ ਮੋਲੀਕਿਊਲਸ ਹੈ ਅਤੇ ਸੇਮ ਮੋਲੀਕਿਊਲਸ ਦੇ ਵਿੱਚ ਜਿਹੜੀ ਫੋਰਸ ਹੈ ਉਹਨੂੰ ਬੋਲਦੇ ਹਾਂ ਫੋਰਸ ਆਫ ਕੋਹੈਸ਼ਨ। ਠੀਕ ਹੈ। ਨੈਕਸਟ ਗੱਲ ਆ ਗਈ ਆਪਣੇ ਕੋਲ ਫੋਰਸ ਆਫ ਐਡਹੈਸ਼ਨ ਦੀ। ਫੋਰਸ ਆਫ ਐਡਹੈਸ਼ਨ ਕੀ ਹੈ? ਉਹੀ ਐਗਜ਼ਾਮਪਲ ਲੈ ਰਹੀ ਹਾਂ ਮੈਂ ਵਾਟਰ ਵਾਲੀ। ਦੇਖੋ ਜਿਹੜੇ ਵਾਟਰ ਹੈ ਇਹ ਬੀਕਰ ਦੇ ਵਿੱਚ ਕੰਟੇਨਡ ਹੈ, ਮਤਲਬ ਇੱਕ ਫੋਰਸ ਤਾਂ ਹੈਗੀ ਹੈ ਨਾ ਜਿਹੜੀ ਬੀਕਰ ਇਸ ਮੋਲੀਕਿਊਲਸ 'ਤੇ ਲਗਾ ਰਿਹਾ ਤਾਂ ਜੋ ਕਿ ਵਾਟਰ ਬਾਹਰ ਨਹੀਂ ਆ ਰਿਹਾ, ਵਾਟਰ ਰਿਟੇਨ ਰਹਿ ਰਿਹਾ ਅੰਦਰ। ਤਾਂ ਵਾਟਰ ਕਿਵੇਂ ਰਿਟੇਨ ਰਹਿ ਰਿਹਾ? ਕਿਉਂਕਿ ਜਿਹੜੀ ਗਲਾਸ ਹੈ, ਜਿਹੜਾ ਬੀਕਰ ਦਾ ਗਲਾਸ ਹੈ, ਉਹ ਇੱਕ ਫੋਰਸ ਹੈਗੀ ਉਹਦੀ ਮੋਲੀਕਿਊਲ ਨਾਲ। ਅਤੇ ਜਦੋਂ ਫੋਰਸ ਹੋਵੇ ਬਿਟਵੀਨ ਦਾ ਮੋਲੀਕਿਊਲਸ ਆਫ ਡਿਫਰੈਂਟ ਸਬਸਟੈਂਸ, ਇੱਕ ਮੋਲੀਕਿਊਲ ਹੈਗਾ ਮੇਰੇ ਕੋਲ ਗਲਾਸ ਦਾ, ਇੱਕ ਮੋਲੀਕਿਊਲ ਹੈਗਾ ਮੇਰੇ ਕੋਲ ਵਾਟਰ ਦਾ, ਜਦੋਂ ਫੋਰਸ ਹੋਵੇ ਬਿਟਵੀਨ ਦਾ ਮੋਲੀਕਿਊਲਸ ਆਫ ਡਿਫਰੈਂਟ ਸਬਸਟੈਂਸ, ਉਹ ਹੁੰਦੀ ਹੈ ਆਪਣੇ ਕੋਲ ਫੋਰਸ ਆਫ ਐਡਹੈਸ਼ਨ। ਤਾਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ, ਫੋਰਸ ਆਫ ਕੋਹੈਸ਼ਨ ਐਂਡ ਫੋਰਸ ਆਫ ਐਡਹੈਸ਼ਨ। ਨੈਕਸਟ ਆ ਗਿਆ ਆਪਣੇ ਕੋਲ 9th ਪੁਆਇੰਟ ਆਫ ਪੋਸਟੂਲੇਟ ਆਫ ਕੈਨੇਟਿਕ ਥਿਊਰੀ। ਆਪਾਂ ਸਾਰੇ ਪੋਸਟੂਲੇਟਸ ਆਫ ਕੈਨੇਟਿਕ ਥਿਊਰੀ ਪੜ੍ਹ ਰਹੇ ਹਾਂ, ਠੀਕ ਹੈ, ਕਾਫੀ ਇੰਪੋਰਟੈਂਟ ਹੈ। ਦ ਮੈਗਨੀਟਿਊਡ ਆਫ ਇੰਟਰਮੋਲੀਕੂਲਰ ਫੋਰਸ ਡਿਪੈਂਡ ਅਪੋਨ ਨੇਚਰ ਆਫ ਮੋਲੀਕਿਊਲਸ। ਨੇਚਰ ਆਫ ਮੋਲੀਕਿਊਲਸ ਕੀ? ਜਿਵੇਂ ਦੇਖੋ ਜਿਹੜੇ ਪਾਰਟੀਕਲਸ ਤਾਂ ਕਾਫੀ ਕਲੋਜ਼ ਹੋਣਗੇ, ਅਗਰ ਦੋ ਪਾਰਟੀਕਲਸ ਕਾਫੀ ਕਲੋਜ਼ ਹੋਣਗੇ, ਕਾਫੀ ਕਲੋਜ਼ ਹੋਣ ਦਾ ਮਤਲਬ ਕੀ ਹੈ? ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਹੋਊਗੀ। ਠੀਕ ਹੈ। ਜੇ ਪਾਰਟੀਕਲਸ ਵਿੱਚ ਸਪੇਸ ਹੈਗੀ ਹੈ ਤਾਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਘੱਟ ਹੋਊਗੀ, ਤਾਂ ਲਿਕੁਇਡਸ ਵਿੱਚ ਲੈਸ ਹੈ। ਅਗਰ ਉਹਨਾਂ ਵਿੱਚ ਬਹੁਤ ਜ਼ਿਆਦਾ ਹੀ ਸਪੇਸ ਹੈ ਤਾਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਹੋਰ ਵੀ ਲੀਸਟ ਹੋਊਗੀ। ਠੀਕ ਹੈ। ਫੋਰਸ ਆਫ ਅਟਰੈਕਸ਼ਨ ਸੋਲਿਡ ਵਿੱਚ ਮੈਕਸੀਮਮ ਹੈ, ਲਿਕੁਇਡ ਵਿੱਚ ਲੈਸ ਹੈ ਅਤੇ ਗੈਸਿਸ ਦੇ ਵਿੱਚ ਲੀਸਟ ਹੈ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਮੋਲੀਕੂਲਰ ਅਰੇਂਜਮੈਂਟ ਇਨ ਮੈਟਰ, ਦੈਟ ਇਜ਼ 3 ਸਟੇਟਸ ਆਫ ਮੈਟਰ। ਹੁਣ 3 ਸਟੇਟਸ ਆਫ ਮੈਟਰ ਦੈਟ ਇਜ਼ ਸੋਲਿਡ, ਲਿਕੁਇਡ ਅਤੇ ਗੈਸ। ਸੋਲਿਡ, ਲਿਕੁਇਡ ਅਤੇ ਗੈਸ ਵਿੱਚ ਮੋਲੀਕੂਲਰ ਅਰੇਂਜਮੈਂਟ ਕਿੱਦਾਂ ਦਾ ਹੁੰਦਾ, ਆਪਾਂ ਇਹਦੇ ਵਿੱਚ ਉਹ ਪੜ੍ਹਨ ਲੱਗੇ ਹਾਂ। ਬਟ ਬਿਫੋਰ ਦਿਸ ਮੈਂ ਇਹ ਗੱਲ ਦੱਸਦਾ ਕਿ ਜਿਹੜਾ ਮੈਟਰ ਹੈ ਉਹ 3 ਟਾਈਪਸ ਦਾ, 3 ਸਟੇਟਸ ਆਫ ਮੈਟਰ ਹੀ ਨਹੀਂ ਹੁੰਦਾ। ਐਕਚੁਅਲੀ ਮੈਟਰ 5 ਸਟੇਟਸ ਦਾ ਹੁੰਦਾ, ਸੋਲਿਡ, ਲਿਕੁਇਡ, ਗੈਸ, ਪਲਾਜ਼ਮਾ, ਇੱਕ ਹੁੰਦਾ ਬੋਸ ਆਇਨਸਟਾਈਨ, BCE ਬੋਲਦੇ ਸ਼ਾਇਦ ਉਹਨੂੰ, ਬੋਸ ਆਇਨਸਟਾਈਨ। ਤਾਂ ਬੋਸ ਆਇਨਸਟਾਈਨ ਵੀ ਇੱਕ ਹੁੰਦਾ, ਪਲਾਜ਼ਮਾ ਵੀ ਇੱਕ ਹੁੰਦਾ। ਇਹ ਦੋ ਤਰ੍ਹਾਂ ਦੇ ਡਿਫਰੈਂਟ ਸਟੇਟਸ ਆਫ ਮੈਟਰ ਹੈ, ਬਟ ਤੁਸੀਂ 8th ਤੱਕ ਕੀ ਹੈ ਸਿਰਫ 3 ਪੜ੍ਹਨੇ ਆ, ਸੋਲਿਡ, ਲਿਕੁਇਡ ਐਂਡ ਗੈਸੀ। ਠੀਕ ਹੈ। ਤਾਂ ਫਸਟ ਮੋਲੀਕੂਲਰ ਅਰੇਂਜਮੈਂਟ ਪੜ੍ਹਨ ਲੱਗੇ ਆਪਾਂ ਸੋਲਿਡਸ ਦੀ। ਸੋਲਿਡ ਜਿਵੇਂ ਤੁਹਾਨੂੰ ਪਤਾ ਹੈ ਮੋਲੀਕੂਲਰ ਅਰੇਂਜਮੈਂਟ ਇੱਦਾਂ ਦੀ ਹੁੰਦੀ ਹੈ ਕਿ ਜਿਹੜੇ ਪਾਰਟੀਕਲਸ ਹੁੰਦੇ ਆ ਉਹ ਵੈਰੀ ਕਲੋਜ਼ ਹੁੰਦੇ ਆ, ਕਾਫੀ ਕਲੋਜ਼ ਹੁੰਦੇ ਆ ਇੱਕ ਦੂਜੇ ਦੇ। ਜਦੋਂ ਪਾਰਟੀਕਲਸ ਕਾਫੀ ਕਲੋਜ਼ ਹੋਣਗੇ ਇੱਕ ਦੂਜੇ ਦੇ ਤਾਂ ਵਾਟ ਅਬਾਊਟ ਇੰਟਰਮੋਲੀਕੂਲਰ ਸਪੇਸ? ਇਹਨਾਂ ਵਿੱਚ ਕੋਈ ਸਪੇਸ ਹੈਗੀ ਹੈ? ਨਹੀਂ। ਤਾਂ ਇੰਟਰਮੋਲੀਕੂਲਰ ਸਪੇਸ ਬਿਟਵੀਨ ਦ ਸੋਲਿਡ ਮੋਲੀਕਿਊਲਸ ਇਜ਼ ਲੀਸਟ, ਐਕਸਟ੍ਰੀਮਲੀ ਸਮਾਲ। ਠੀਕ ਹੈ। ਅਗਰ ਆਪਾਂ ਗੱਲ ਕਰੀਏ ਫੋਰਸ ਆਫ ਅਟਰੈਕਸ਼ਨ ਦੀ, ਤਾਂ ਫੋਰਸ ਆਫ ਅਟਰੈਕਸ਼ਨ ਜਦੋਂ ਪਾਰਟੀਕਲਸ ਦੋ ਕਾਫੀ ਕਲੋਜ਼ ਹੋਣ ਤਾਂ ਉਹ ਕਲੋਜ਼ ਪਾਰਟੀਕਲਸ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਕਾਫੀ ਜ਼ਿਆਦਾ ਹੁੰਦੀ ਹੈ। ਠੀਕ ਹੈ। ਸੈਕਿੰਡ ਪੁਆਇੰਟ ਆ ਗਿਆ ਆਪਣੇ ਕੋਲ ਇੰਟਰਮੋਲੀਕੂਲਰ ਫੋਰਸਿਸ ਆਰ ਵੈਰੀ ਸਟਰੋਂਗ। ਇਹ ਆਪਾਂ ਆਲਰੇਡੀ ਪੜ੍ਹ ਲਿਆ ਕਿ ਜਦੋਂ ਪਾਰਟੀਕਲਸ ਕਾਫੀ ਨੇੜੇ ਨੇੜੇ ਹੋਣਗੇ ਤਾਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਕਾਫੀ ਜ਼ਿਆਦਾ ਹੋਊਗੀ। ਅਤੇ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣ ਕਰਕੇ ਹਮੇਸ਼ਾ ਸੋਲਿਡਸ ਦੀ ਡੈਫੀਨੇਟ ਸ਼ੇਪ ਅਤੇ ਡੈਫੀਨੇਟ ਵੋਲੀਅਮ ਰਹਿੰਦਾ ਹੈ। ਡੈਫੀਨੇਟ ਮਤਲਬ ਸੇਮ ਸ਼ੇਪ ਅਤੇ ਸੇਮ ਵੋਲੀਅਮ, ਕਿਉਂਕਿ ਆਪਾਂ ਮੋਲੀਕਿਊਲਸ ਕਾਫੀ ਕਲੋਜ਼ ਹੈ, ਕਾਫੀ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੈ, ਤਾਂ ਆਪਾਂ ਫੋਰਸ ਆਫ ਅਟਰੈਕਸ਼ਨ ਨੂੰ ਓਵਰਕਮ ਤੋੜ ਨਹੀਂ ਸਕਦੇ, ਤਾਂ ਉਹਨੂੰ ਆਪਾਂ ਕਨਵਰਟ ਨਹੀਂ ਕਰ ਸਕਦੇ ਈਜ਼ੀਲੀ। ਆਈ ਐਮ ਸੇਇੰਗ ਜਸਟ ਈਜ਼ੀਲੀ, ਨਾਟ ਬਾਈ ਹੀਟਿੰਗ ਐਂਡ ਬੋਇਲਿੰਗ। ਉਹ ਚੀਜ਼ ਅਲੱਗ ਉਹ ਬਾਅਦ ਵਿੱਚ ਗੱਲ ਕਰਾਂਗੇ, ਬਟ ਸਟਿਲ ਜਿਹੜਾ ਟੇਬਲ ਚੇਅਰ ਵਗੈਰਾ ਉਹਨਾਂ ਦੀ ਕੀ ਹੈ, ਉਹਨੂੰ ਆਪਾਂ ਸ਼ੇਪ ਅਤੇ ਵੋਲੀਅਮ ਹਮੇਸ਼ਾ ਉਹਨਾਂ ਦਾ ਸੇਮ ਰਹਿੰਦਾ ਹੈ। ਠੀਕ ਹੈ। ਨੈਕਸਟ ਆ ਗਿਆ ਇਨ ਸੋਲਿਡ ਮੋਲੀਕਿਊਲਸ ਕੈਨ ਹੈਵ ਓਨਲੀ ਵਾਈਬ੍ਰੇਸ਼ਨਲ ਮੋਸ਼ਨ। ਐਕਚੁਅਲੀ ਸੋਲਿਡ ਦੇ ਵਿੱਚ ਸਪੇਸ ਕਾਫੀ ਘੱਟ ਹੁੰਦੀ ਹੈ ਦੋ ਮੋਲੀਕਿਊਲਸ ਦੇ ਵਿੱਚ। ਤਾਂ ਇੱਦਾਂ ਨਹੀਂ ਕਿ ਇੱਕ ਮੋਲੀਕਿਊਲ ਉੱਠ ਕੇ ਕਿਤੇ ਹੋਰ ਪੋਜੀਸ਼ਨ ਲੈ ਲੂਗਾ, ਇੱਦਾਂ ਨਹੀਂ ਹੁੰਦਾ। ਮੋਲੀਕਿਊਲ ਹਮੇਸ਼ਾ ਆਪਦੀ ਪੋਜੀਸ਼ਨ 'ਤੇ ਹੀ ਵਾਈਬ੍ਰੇਸ਼ਨਲ ਇੱਦਾਂ ਵਾਈਬ੍ਰੇਟ ਕਰਦਾ ਰਹਿੰਦਾ। ਸਾਰੇ ਮੋਲੀਕਿਊਲਸ ਇੱਦਾਂ ਕੀ ਹੈ ਵਾਈਬ੍ਰੇਟ ਕਰਦੇ ਰਹਿੰਦੇ ਆ। ਠੀਕ ਹੈ। ਆ ਸੋਲਿਡ ਕੈਨ ਨਾਟ ਬੀ ਕੰਪਰੈਸਡ। ਸੋਲਿਡ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹੋਣ ਕਰਕੇ ਆਪਾਂ ਸੋਲਿਡਸ ਨੂੰ ਕੰਪਰੈਸ ਨਹੀਂ ਕਰ ਸਕਦੇ। ਠੀਕ ਹੈ। ਅਤੇ
ਉਸ ਤੋਂ ਬਾਅਦ ਕੀ ਹੈ, ਇਹ ਹਾਰਡ ਐਂਡ ਰਿਜਿਡ ਹੁੰਦੇ ਆ। ਹਾਰਡ ਮਤਲਬ ਕਿ ਸਖਤ ਹੁੰਦੇ ਆ, ਰਿਜਿਡ ਵੀ ਮਤਲਬ ਉਹੀ ਹੁੰਦਾ ਕਿ ਸਖਤ ਹੁੰਦੇ ਆ। ਸਖਤ ਕਿਉਂ ਹੁੰਦੇ ਆ? ਕਿਉਂਕਿ ਇਹਨਾਂ ਵਿੱਚ ਫੋਰਸ ਆਫ ਅਟਰੈਕਸ਼ਨ ਕਾਫੀ ਜ਼ਿਆਦਾ ਹੁੰਦੀ ਹੈ। ਆ ਸੋਲਿਡ ਕੈਨ ਨਾਟ ਫਲੋ, ਇਹ ਤਾਂ ਪਤਾ ਹੀ ਹੈ। ਹੁਣ ਆਪਣੇ ਕੋਲ ਟੇਬਲ ਹੈ, ਚੇਅਰ ਹੈ, ਉਹ ਕਿੱਥੇ ਫਲੋ ਕਰੂਗਾ? ਨਹੀਂ ਫਲੋ ਕਰ ਸਕਦਾ ਨਾ। ਕਿਉਂ ਨਹੀਂ ਫਲੋ ਕਰਦਾ? ਕਿਉਂਕਿ ਉਹਨਾਂ ਵਿੱਚ ਫੋਰਸ ਆਫ ਅਟਰੈਕਸ਼ਨ ਬਿਟਵੀਨ ਦ ਮੋਲੀਕਿਊਲਸ ਕਾਫੀ ਜ਼ਿਆਦਾ ਹੁੰਦੀ ਹੈ। ਐਂਡ ਇਟ ਕੈਨ ਬੀ ਸਟੋਰਡ ਇੰਡੀਪੈਂਡੈਂਟਲੀ ਵਿਦਾਊਟ ਅ ਵੈਸਲ। ਹੁਣ ਜੇ ਮੇਰੇ ਕੋਲ ਇੱਕ ਮੰਨ ਲਓ ਮੋਬਾਈਲ ਫੋਨ ਹੈ, ਅਤੇ ਉਹ ਮੋਬਾਈਲ ਫੋਨ ਨੂੰ ਕੰਟੇਨ ਕਰਨ ਲਈ ਮਤਲਬ ਸੰਭਾਲਣ ਲਈ ਮੈਨੂੰ ਕੰਟੇਨਰ ਚਾਹੀਦਾ, ਮਤਲਬ ਪ੍ਰੋਪਰ ਮੈਂ ਗਲਾਸ 'ਚ ਪਾ ਕੇ ਮੋਬਾਈਲ ਫੋਨ ਰੱਖੂੰਗੀ ਸੋਲਿਡ ਨੂੰ? ਤਾਂ ਨਹੀਂ, ਹਮੇਸ਼ਾ ਸੋਲਿਡ ਨੂੰ ਕੀ ਹੈ, ਕੰਟੇਨ ਕਰਨ ਲਈ ਕੋਈ ਆਪਾਂ ਨੂੰ ਕੰਟੇਨਰ ਜਾਂ ਵੈਸਲ ਦੀ ਲੋੜ ਨਹੀਂ ਹੁੰਦੀ। ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ, ਹੁਣ ਪੜ੍ਹਨ ਲੱਗੇ ਹਾਂ ਇੰਟਰਮੋਲੀਕੂਲਰ ਥਿਊਰੀ ਆਫ ਲਿਕੁਇਡਸ, ਕਿ ਲਿਕੁਇਡਸ ਦੇ ਵਿੱਚ ਪਾਰਟੀਕਲਸ ਕਿੱਦਾਂ ਦੇ ਹੁੰਦੇ ਆ। ਦ ਮੋਲੀਕਿਊਲਸ ਇਨ ਲਿਕੁਇਡਸ ਆਰ ਲੈਸ ਟਾਈਟਲੀ ਪੈਕਡ। ਮੋਲੀਕਿਊਲ ਜਿਹੜੇ ਹੁੰਦੇ ਆ ਲਿਕੁਇਡ ਦੇ, ਉਹ ਘੱਟ ਟਾਈਟਲੀ ਪੈਕਡ ਹੁੰਦੇ ਆ, ਥੋੜ੍ਹੀ ਸਪੇਸਿਸ ਇਹਨਾਂ ਵਿੱਚ ਹੁੰਦੀ ਹੈ। ਅਤੇ ਇੰਟਰਮੋਲੀਕੂਲਰ ਸਪੇਸ ਇਜ਼ ਦੇਅਰ ਇਨ ਬਿਟਵੀਨ ਲਿਕੁਇਡਸ ਐਜ਼ ਕੰਪੇਅਰ ਟੂ ਸੋਲਿਡਸ। ਸੋਲਿਡ ਵਿੱਚ ਤਾਂ ਇੰਟਰਮੋਲੀਕੂਲਰ ਸਪੇਸ ਹੈ ਹੀ ਨਹੀਂ ਸੀ, ਬਟ ਹਾਂ ਲਿਕੁਇਡਸ ਦੇ ਵਿੱਚ ਇੰਟਰਮੋਲੀਕੂਲਰ ਸਪੇਸ ਹੁੰਦੀ ਹੈ। ਅਗਰ ਆਪਾਂ ਗੱਲ ਕਰੀਏ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਦੀ, ਤਾਂ ਪਾਰਟੀਕਲਸ ਥੋੜ੍ਹੇ ਜਿਹੇ ਦੂਰ ਹੈ, ਤਾਂ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਥੋੜ੍ਹੀ ਜਿਹੀ ਵੀਕ ਹੋ ਜਾਂਦੀ ਹੈ ਇਹਦੇ ਵਿੱਚ, ਕਿਉਂਕਿ ਪਾਰਟੀਕਲਸ ਵਿੱਚ ਸਪੇਸ ਆ ਗਈ। ਠੀਕ ਹੈ। ਅਤੇ ਲਿਕੁਇਡਸ ਦਾ ਕੋਈ ਸ਼ੇਪ, ਪ੍ਰੋਪਰ ਸ਼ੇਪ ਨਹੀਂ ਹੁੰਦੀ, ਅਤੇ ਉਹ ਈਜ਼ੀਲੀ ਕੀ ਹੈ, ਫਲੋ ਕਰ ਸਕਦੇ ਆ। ਠੀਕ ਹੈ। ਇਹ ਈਜ਼ੀਲੀ ਫਲੋ ਕਿਵੇਂ ਕਰ ਸਕਦੇ ਆ, ਜਾਂ ਇਹਨਾਂ ਦੀ ਸ਼ੇਪ ਕਿਉਂ ਨਹੀਂ ਹੁੰਦੀ ਫਿਕਸ? ਕਿਉਂਕਿ ਇਹਨਾਂ ਦੇ ਪਾਰਟੀਕਲਸ ਕੀ ਹੈ, ਥੋੜ੍ਹੇ ਡਿਸਟੈਂਸ 'ਤੇ ਹੁੰਦੇ ਆ। ਡਿਸਟੈਂਸ 'ਤੇ ਹੋਣ ਕਰਕੇ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਘੱਟ ਹੁੰਦੀ ਹੈ, ਤਾਂ ਕਰਕੇ ਇਹਨਾਂ ਦੀ ਡੈਫੀਨੇਟ ਸ਼ੇਪ ਨਹੀਂ ਹੁੰਦੀ, ਅਤੇ ਇਹ ਈਜ਼ੀਲੀ ਫਲੋ ਕਰ ਜਾਂਦੇ ਆ। ਨੈਕਸਟ ਆ ਗਿਆ ਦ ਮੋਲੀਕੂਲਰ ਫੋਰਸਿਸ ਡੂ ਨਾਟ ਅਲਾਉ ਦ ਮੋਲੀਕਿਊਲਸ ਟੂ ਲੀਵ ਦ ਲਿਕੁਇਡ ਈਜ਼ੀਲੀ। ਕਹਿੰਦੇ ਹੁਣ ਮੰਨ ਲਓ ਮੇਰੇ ਕੋਲ ਇੱਕ ਆਹ ਵਾਲਾ ਵੈਸਲ ਹੈ, ਇਹਦੇ ਵਿੱਚ 100 ml ਵਾਟਰ ਹੈ। ਇਹਦੇ ਵਿੱਚ ਕੀ ਹੈ, 100 ml ਵਾਟਰ ਹੈ। ਜੇ ਮੈਂ ਵੈਸਲ ਚੇਂਜ ਕਰ ਲਾਂ, ਆ ਸੇਮ ਅਮਾਊਂਟ ਆਫ ਸੇਮ ਮੈਂ ਵਾਟਰ ਇਹਦੇ ਵਿੱਚ ਪਾ ਰਹੀ ਹਾਂ, ਤਾਂ ਇਹਦੇ ਵਿੱਚ ਵੀ ਤਾਂ 100 ml ਵਾਟਰ ਰਹੂਗਾ, ਕਿ ਇਹ ਵਾਲੇ ਵੈਸਲ 'ਚ ਆ ਕੇ ਉਹ 150 ਜਾਂ 200 ml ਬਣ ਜੂ, ਵੱਧ ਜੂ ਘੱਟ ਜੂਗਾ? ਨਹੀਂ, ਇਹਦੇ ਵਿੱਚ ਕੀ ਹੈ, ਇਹਦਾ ਮੇਰਾ ਮਤਲਬ ਕਹਿਣ ਦਾ ਕੀ ਹੈ, ਤੁਸੀਂ ਭਲਾ ਬੀਕਰ ਦਾ ਸ਼ੇਪ ਅਤੇ ਸਾਈਜ਼ ਚੇਂਜ ਕਰ ਲਓ, ਬਟ ਵੋਲੀਅਮ ਆਫ ਲਿਕੁਇਡ ਹਮੇਸ਼ਾ ਸੇਮ ਰਹਿੰਦਾ। ਠੀਕ ਹੈ। ਤਾਂ ਵੋਲੀਅਮ ਹਮੇਸ਼ਾ ਕੀ ਹੈ, ਆਪਦੀ ਲਿਕੁਇਡ ਕੀ ਹੈ, ਆਪਦੀ ਸ਼ੇਪ ਤਾਂ ਚੇਂਜ ਕਰ ਲੈਣਗੇ, ਸ਼ੇਪ ਤਾਂ ਉਹਨੇ ਚੇਂਜ ਕਰ ਲਈ, ਰੈਕਟੈਂਗਲ ਤੋਂ ਸਰਕਲ ਵਿੱਚ ਆ ਗਿਆ, ਬਟ ਕਦੇ ਵੀ ਆਪਦਾ ਵੋਲੀਅਮ ਚੇਂਜ ਨਹੀਂ ਕਰਨਗੇ। ਲਿਕੁਇਡਸ ਕੈਨ ਬੀ ਕੰਪਰੈਸਡ ਓਨਲੀ ਅ ਲਿਟਲ। ਅਗਰ ਆਪਾਂ ਲਿਕੁਇਡਸ ਨੂੰ ਕੰਪਰੈਸ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਉਹ ਬਹੁਤ ਘੱਟ ਐਕਸਟੈਂਟ 'ਤੇ ਕੰਪਰੈਸ ਹੁੰਦੇ ਆ, ਐਕਚੁਅਲੀ ਨਹੀਂ ਵੀ ਹੁੰਦੇ ਕੰਪਰੈਸ ਕਦੇ ਕਦੇ ਤਾਂ। ਠੀਕ ਹੈ। ਨੈਕਸਟ ਆ ਗਿਆ, ਅ ਲਿਕੁਇਡ ਕੈਨ ਬੀ ਸਟੋਰਡ ਇਨ ਅ ਕੰਟੇਨਰ। ਲਿਕੁਇਡ ਨੂੰ ਸਟੋਰ ਕਰਨ ਲਈ, ਜਿਵੇਂ ਕੋਲ ਵਾਟਰ ਹੈ, ਤਾਂ ਵਾਟਰ ਨੂੰ ਸਟੋਰ ਕਰਨ ਲਈ ਮੈਨੂੰ ਇੱਕ ਬੀਕਰ ਜਾਂ ਕੰਟੇਨਰ ਦੀ ਲੋੜ ਓਬਵੀਅਸਲੀ ਪਊਗੀ। ਐਂਡ ਲਿਕੁਇਡ ਹੈਜ਼ ਡੈਫੀਨਾਈਟ ਫਰੀ ਸਰਫੇਸ। ਫਰੀ ਸਰਫੇਸ ਦੀ ਗੱਲ ਆ ਗਈ, ਤਾਂ ਪਹਿਲਾਂ ਫਰੀ ਸਰਫੇਸ ਦੇਖ ਲਓ ਕੀ ਹੁੰਦਾ। ਫਰੀ ਸਰਫੇਸ ਕੀ ਹੈ, ਪਹਿਲਾਂ ਮੈਂ ਫਰੀ ਸਰਫੇਸ ਗੱਲ ਕਰਨ ਲੱਗੀ ਹਾਂ ਸੋਲਿਡ ਦੀ। ਤਾਂ ਫਰੀ ਸਰਫੇਸ ਸੋਲਿਡ ਦਾ ਕੀ ਹੁੰਦਾ, ਮੰਨ ਲਓ ਆਪਣੇ ਕੋਲ ਸੋਲਿਡ ਹੈ, ਇਹ ਜਿਹੜਾ ਸੋਲਿਡ ਹੈ, ਇਹ ਸੋਲਿਡ ਇੱਧਰੋਂ ਵੀ ਫਰੀ ਹੈ, ਇੱਧਰੋਂ ਮੈਂ ਕੁਛ ਵੀ ਕਰ ਸਕਦੀ ਇਹਦੇ ਨਾਲ, ਇੱਧਰੋਂ ਵੀ ਫਰੀ ਹੈ, ਇੱਧਰੋਂ ਵੀ ਫਰੀ ਹੈ, ਇੱਧਰੋਂ ਵੀ, ਆਹ ਵਾਲੇ ਫੇਸ ਤੋਂ ਵੀ, ਆਹ ਵਾਲੇ ਫੇਸ ਤੋਂ ਵੀ। ਤਾਂ ਇੱਕ ਸੋਲਿਡ ਦੀਆਂ ਮੈਨੀ ਫਰੀ ਸਰਫੇਸਿਸ ਹੋ ਸਕਦੀਆਂ, ਮੈਨੀ ਫਰੀ ਸਰਫੇਸਿਸ। ਠੀਕ ਹੈ, ਜਾਂ ਮੋਰ ਦੈਨ ਵਨ ਫਰੀ ਸਰਫੇਸ ਤੁਸੀਂ ਲਿਖ ਸਕਦੇ ਹੋ। ਅਗਰ ਆਪਾਂ ਗੱਲ ਕਰੀਏ ਲਿਕੁਇਡ ਦੀ, ਆਹ ਆਪਣੇ ਕੋਲ ਲਿਕੁਇਡ ਹੈ, ਲਿਕੁਇਡ ਵਿੱਚ ਕੀ ਹੁੰਦਾ ਹੈ, ਲਿਕੁਇਡ ਵਿੱਚ ਜਿਵੇਂ ਮੰਨ ਲਓ ਬੀਕਰ ਵਿੱਚ ਲਿਕੁਇਡ ਹੈ, ਇਹ ਜਿਹੜਾ ਪਾਣੀ ਹੈ ਇਸ ਬੀਕਰ ਨਾਲ ਅਟੈਚ ਹੈ, ਥੱਲੜਾ ਪਾਣੀ ਬੀਕਰ ਨਾਲ ਅਟੈਚ ਹੈ, ਆਹ ਪਾਣੀ ਬੀਕਰ ਨਾਲ ਅਟੈਚ ਹੈ, ਬਟ ਜਿਹੜੀ ਆ ਉੱਪਰਲੀ ਲੇਅਰ ਹੈ, ਇਕੱਲੀ ਇਹ ਉੱਪਰਲੀ ਲੇਅਰ ਹੀ ਫਰੀ ਹੈ। ਤਾਂ ਇਹਦੀ ਕਿੰਨੀਆਂ ਡਿਗਰੀ ਆਫ ਫਰੀਡਮ, ਇਹਨੂੰ ਆਪਾਂ ਡਿਗਰੀ ਆਫ ਫਰੀਡਮ ਵੀ ਬੋਲਦੇ ਹਾਂ, ਫਰੀ ਸਰਫੇਸ ਨੂੰ ਡਿਗਰੀ ਆਫ ਫਰੀਡਮ ਵੀ ਬੋਲਦੇ ਹਾਂ। ਤਾਂ ਲਿਕੁਇਡ ਵਿੱਚ ਕਿੰਨੀ ਡਿਗਰੀ ਆਫ ਫਰੀਡਮ ਫਰੀ ਹੈ, ਓਨਲੀ 1। ਠੀਕ ਹੈ। ਅਗਰ ਆਪਾਂ ਗੱਲ ਕਰੀਏ ਗੈਸਿਸ ਦੀ, ਗੈਸਿਸ ਦੇ ਵਿੱਚ ਕੀ ਹੈ, ਹਮੇਸ਼ਾ ਪਾਰਟੀਕਲਸ ਇੱਧਰ ਉੱਧਰ ਹੁੰਦੇ ਆ, ਹਮੇਸ਼ਾ ਪਾਰਟੀਕਲਸ ਕਿਸੇ ਨਾ ਕਿਸੇ, ਮੰਨ ਲਓ ਏਅਰ ਪਾਰਟੀਕਲਸ ਨਾਲ ਅਟੈਚ ਹਮੇਸ਼ਾ ਹੀ ਰਹਿੰਦੇ ਹੋ, ਤਾਂ ਕੋਈ ਵੀ ਫਰੀ ਸਰਫੇਸ ਨਹੀਂ ਹੁੰਦਾ। ਤਾਂ ਗੈਸਿਸ ਹੈਵ 0 ਡਿਗਰੀ ਆਫ ਫਰੀਡਮ ਜਾਂ 0 ਫਰੀ ਸਰਫੇਸ। ਤਾਂ ਇਹ ਹੁੰਦੇ ਆ ਫਰੀ ਸਰਫੇਸ ਆਫ ਸੋਲਿਡ, ਲਿਕੁਇਡ ਐਂਡ ਗੈਸ। ਨੈਕਸਟ ਆ ਗਿਆ ਆਪਣੇ ਕੋਲ ਗੈਸਿਸ। ਗੈਸਿਸ ਕੀ ਹੈ, ਦ ਮੋਲੀਕਿਊਲਸ ਇਨ ਦ ਗੈਸਿਸ ਆਰ ਫਾਰ ਅਪਾਰਟ। ਜਿਹੜੇ ਮੋਲੀਕਿਊਲਸ ਹੁੰਦੇ ਆ ਉਹ ਕਾਫੀ ਦੂਰ ਦੂਰ ਹੁੰਦੇ ਆ ਗੈਸਿਸ ਵਿੱਚ, ਕਾਫੀ ਦੂਰ ਦੂਰ ਹੋਣ ਕਰਕੇ ਇੰਟਰਮੋਲੀਕੂਲਰ ਸਪੇਸ ਜਿਹੜੀ ਗੈਸਿਸ ਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਲਿਕੁਇਡ। ਅਗਰ ਇੰਟਰਮੋਲੀਕੂਲਰ ਸਪੇਸ ਕਾਫੀ ਜ਼ਿਆਦਾ ਹੈ, ਤਾਂ ਇੰਟਰਮੋਲੀਕੂਲਰ ਫੋਰਸ ਤਾਂ ਬਹੁਤ ਜ਼ਿਆਦਾ ਘੱਟ ਹੁੰਦੀ ਹੈ।
क्योंकि पार्टिकल्स बहुत दूर दूर है, पार्टिकल्स दूर दूर होने करके इंटरमोलिकुलर फोर्स ऑफ अट्रैक्शन ऑलमोस्ट जीरो ही कह लो कि जमें ही फोर्स ऑफ अट्रैक्शन ਹੁੰਦੀ नहीं इन्हां विच। ठीक है, गैस ਦੇ ਵਿੱਚ ਕੀ ਹੈ, ਈਚ ਮੋਲੀਕਿਊਲ मूव इंडिपेंडेंटली, देयरफॉर गैस हैज़ नाइदर अ डेफिनेट शेप नॉट अ वॉल्यूम। अगर मान लो मेरे को एक परफ्यूम है, जे मैं परफ्यूम ਨੂੰ ਇੰਨੇ ਕੁ ਰੂਮ ਵਿੱਚ ਮਤਲਬ ਸਪਰੇ ਕਰੂੰਗੀ ਤਾਂ ਸਾਰੇ ਪਾਰਟੀਕਲਸ ਇਹ ਰੂਮ ਲੈ ਲੈਣਗੇ। ਮੰਨ ਲਓ ਇਹ 200 ml ਦਾ ਇੱਕ ਬੀਕਰ ਸੀ, ਉਹਨੇ 200 ml ਆਕੂਪਾਈ ਕਰ ਲਿਆ। ਸੇਮ ਮੈਂ 500 ml ਦਾ ਲੈ ਲਿਆ ਅਤੇ ਓਨਾ ਹੀ ਪਰਫਿਊਮ ਲੈ ਲਿਆ, ਉਹਨੇ 500 ml ਆਕੂਪਾਈ ਕਰ ਲਿਆ। ਠੀਕ ਹੈ, ਤਾਂ ਪਾਰਟੀਕਲਸ ਕਾਫੀ ਦੂਰ ਦੂਰ ਹੋਣ ਕਰਕੇ ਇੰਡੀਪੈਂਡੈਂਟ ਆਪਦਾ ਹੀ ਭੱਜੇ ਫਿਰਦੇ ਆ, ਤਾਂ ਉਹ ਨਾ ਤਾਂ ਡੈਫੀਨੇਟ ਸ਼ੇਪ ਰੱਖਦੇ ਆਪਦੀ, ਨਾ ਡੈਫੀਨੇਟ ਵੋਲੀਅਮ ਰੱਖਦੇ ਆਪਦੀ। ਠੀਕ ਹੈ, ਅਤੇ ਗੈਸਿਸ ਨੂੰ ਵੀ ਕੰਟੇਨ ਕਰਨ ਲਈ ਮੈਨੂੰ ਇੱਕ ਕਲੋਜ਼ਡ ਵੈਸਲ ਚਾਹੀਦਾ ਹੁੰਦਾ। ਕਲੋਜ਼ਡ ਵੈਸਲ ਜਿਵੇਂ ਪਰਫਿਊਮ ਨੂੰ ਸਟੋਰ ਕਰਨ ਲਈ ਇੱਕ ਪਰਫਿਊਮ ਹਮੇਸ਼ਾ ਇੱਕ ਬੋਟਲ ਦੇ ਵਿੱਚ ਹੀ ਆਊਗਾ, ਫ੍ਰੀ ਸਟੇਟ ਵਿੱਚ ਕਦੇ ਨਹੀਂ ਆਉਂਦਾ। ਠੀਕ ਹੈ, ਨੈਕਸਟ ਆ ਗਿਆ, ਅ ਗੈਸ ਕੈਨ ਬੀ ਕੰਪਰੈਸਡ ਈਜ਼ਲੀ। ਕਿਉਂਕਿ ਜਿਹੜੀ ਗੈਸਿਸ ਦੇ ਪਾਰਟੀਕਲਸ ਕਾਫੀ ਦੂਰ ਦੂਰ ਹੁੰਦੇ ਆ, ਗੈਸਿਸ ਦੇ ਪਾਰਟੀਕਲਸ ਦੂਰ ਦੂਰ ਹੋਣ ਕਰਕੇ ਜਦੋਂ ਆਪਾਂ ਗੈਸਿਸ ਨੂੰ ਕੰਪਰੈਸ ਕਰਦੇ ਹਾਂ, ਕੰਪਰੈਸ ਕਰਨ ਦੇ ਕੀ ਉਹ ਈਜ਼ੀਲੀ ਕੰਪਰੈਸ ਹੋ ਜਾਂਦਾ ਅਤੇ ਗੈਸਿਸ ਕੰਪਰੈਸ ਹੋ ਕੇ ਕਾਹਦੇ ਵਿੱਚ ਕਨਵਰਟ ਹੋ ਜਾਂਦੀਆਂ, ਲਿਕੁਇਡਸ ਦੇ ਵਿੱਚ। ਠੀਕ ਹੈ, ਆ ਗੈਸਿਸ ਕੈਨ ਫਲੋ ਈਜ਼ੀਲੀ, ਇਹ ਆਪਾਂ ਨੂੰ ਪਤਾ ਹੀ ਹੈ ਕਿ ਜੇ ਆਪਾਂ ਪਰਫਿਊਮ ਵਨ ਕਾਰਨਰ ਆਫ ਦਾ ਰੂਮ ਵਿੱਚੋਂ ਸਪਰੇ ਕਰਾਂਗੇ ਤਾਂ ਉਹਦੀ ਫ੍ਰੈਗਰੈਂਸ ਕੀ ਹੈ, ਸਾਰੇ ਰੂਮ ਤੱਕ ਈਜ਼ੀਲੀ ਮੂਵ ਕਰ ਜੂਗੀ। ਕਿਉਂ? ਕਿਉਂਕਿ ਗੈਸਿਸ ਕੈਨ ਫਲੋ ਈਜ਼ੀਲੀ ਐਜ਼ ਗੈਸਿਸ ਡੂ ਨਾਟ ਹੈਵ ਮਚ ਸਪੇਸ ਬਿਟਵੀਨ ਦੈਮ। ਅਤੇ ਦੂਜਾ ਰੀਜ਼ਨ ਆ ਸਕਦਾ ਡਿਫਿਊਜ਼ਨ, ਕਿ ਗੈਸ ਪਾਰਟੀਕਲਸ ਡਿਫਿਊਜ਼ਨ ਸ਼ੋ ਕਰਦੇ ਆ। ਡਿਫਿਊਜ਼ਨ ਮਤਲਬ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਹੋਰ ਏਅਰ ਪਾਰਟੀਕਲਸ ਨਾਲ ਮਿਕਸ ਹੋ ਜਾਂਦੇ ਆ। ਮੋਰਓਵਰ ਗੈਸ ਹੈਵ ਨੋ ਫ੍ਰੀ ਸਰਫੇਸ ਆਫ ਇਟਸ ਓਨ, ਜਿਵੇਂ ਪਹਿਲਾਂ ਦੱਸ ਚੁੱਕੇ ਹਾਂ ਕਿ ਗੈਸ ਦਾ ਕੋਈ ਵੀ ਫ੍ਰੀ ਸਰਫੇਸ ਨਹੀਂ ਹੁੰਦਾ। ਜੇ ਆਹ ਵਾਲੀ ਗੈਸ ਹਵਾ ਦੇ ਵਿੱਚ ਹੈਗੀ ਹੈ ਤਾਂ ਇਹ ਹਵਾ ਦੇ ਪਾਰਟੀਕਲਸ ਨਾਲ ਅਟੈਚਡ ਹੋਊਗੀ, ਇਹ ਗੈਸ ਹਮੇਸ਼ਾ ਹਵਾ ਦੇ ਪਾਰਟੀਕਲਸ ਨਾਲ ਅਟੈਚ ਹੋਊਗੀ, ਕਿਧਰੋਂ ਵੀ ਇਹ ਫ੍ਰੀ ਨਹੀਂ ਹੋਊਗੀ। ਨੈਕਸਟ ਆ ਗਿਆ, ਐਨਰਜੀ ਆਫ ਮੋਲੀਕਿਊਲਸ ਇਨ 3 ਸਟੇਟ ਆਫ ਮੈਟਰ। ਹੁਣ ਆਪਾਂ ਪੜ੍ਹਨ ਲੱਗੇ ਹਾਂ ਕਿ ਇਹਨਾਂ ਦੀ ਮੋਲੀਕਿਊਲਸ ਦੀ ਐਨਰਜੀ ਬਾਰੇ ਤਿੰਨੋਂ ਸਟੇਟਸ ਆਫ ਮੈਟਰ ਵਿੱਚ ਕਿਵੇਂ ਹੁੰਦੀ ਹੈ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸੋਲਿਡ ਸਟੇਟ ਵਿੱਚ ਜਿਹੜੀ ਇੰਟਰਮੋਲੀਕੂਲਰ ਸਪੇਸਿਸ ਹੁੰਦੀਆਂ ਉਹ ਬਹੁਤ ਘੱਟ ਹੁੰਦੀਆਂ। ਇੰਟਰਮੋਲੀਕੂਲਰ ਸਪੇਸ ਘੱਟ ਹੋਣ ਦਾ ਮਤਲਬ ਕਿ ਉਹ ਕਲੋਜ਼ਲੀ ਪੈਕਡ ਹੁੰਦੇ ਆ। ਕਲੋਜ਼ਲੀ ਪੈਕਡ ਹੋਣ ਕਰਕੇ ਉਹ ਆਪਦੀ ਪੋਜੀਸ਼ਨ ਈਜ਼ੀਲੀ ਨਹੀਂ ਛੱਡ ਸਕਦਾ। ਹੁਣ ਇਹਦਾ ਨਹੀਂ ਇਹ ਪਾਰਟੀਕਲ ਛੱਡ ਕੇ ਇੱਥੇ ਆ ਜਾਊਗਾ, ਨਹੀਂ, ਕਿਉਂਕਿ ਪਾਰਟੀਕਲਸ ਬਹੁਤ ਜ਼ਿਆਦਾ ਫੋਰਸ ਆਫ ਅਟਰੈਕਸ਼ਨ ਨਾਲ ਅਟੈਚਡ ਹੁੰਦੇ ਆ। ਤਾਂ ਉਹ ਕੀ ਕਰਦੇ ਆ, ਉਹਨਾਂ ਨੂੰ ਉਹ ਕੋਈ ਵੀ ਟਰਾਂਸਲੇਟਰੀ ਜਾਂ ਕੋਈ ਵੀ ਰੋਟੇਸ਼ਨਲ ਮੋਸ਼ਨ ਸ਼ੋ ਨਹੀਂ ਕਰਦੇ। ਟਰਾਂਸਲੇਟਰੀ ਹੁੰਦਾ ਜਦੋਂ ਪਾਰਟੀਕਲਸ ਇੱਦਾਂ ਸਟਰੇਟ ਲਾਈਨ 'ਚ ਮੂਵ ਕਰ ਰਹੇ ਆ, ਰੋਟੇਸ਼ਨਲ ਮਤਲਬ ਇੱਦਾਂ ਦਾ ਮੂਵ ਕਰਦੇ ਪਏ ਆ। ਤਾਂ ਕੋਈ ਟਰਾਂਸਲੇਟਰੀ ਨਹੀਂ, ਕੋਈ ਰੋਟੇਸ਼ਨਲ ਮੋਸ਼ਨ ਨਹੀਂ ਸ਼ੋ ਕਰਦੇ, ਸਿਰਫ ਉਹ ਵਾਈਬ੍ਰੇਸ਼ਨਲ ਮੋਸ਼ਨ ਸ਼ੋ ਕਰਦੇ ਆ। ਉਹ ਹਮੇਸ਼ਾ ਆਪਦੀ ਇੱਕ ਪੋਜੀਸ਼ਨ 'ਤੇ ਵਾਈਬਰੇਟ ਕਰਦੇ ਰਹਿੰਦੇ ਆ। ਤਾਂ ਸੋਲਿਡ ਵਿੱਚ ਕੋਈ ਟਰਾਂਸਲੇਟਰੀ, ਕੋਈ ਰੋਟੇਸ਼ਨਲ ਮੋਸ਼ਨ ਨਹੀਂ, ਓਨਲੀ ਵਾਈਬ੍ਰੇਸ਼ਨਲ ਮੋਸ਼ਨ ਹੈ। ਵਾਈਬ੍ਰੇਸ਼ਨਲ ਮੋਸ਼ਨ ਮਤਲਬ ਕਿ ਉਹ ਹਮੇਸ਼ਾ ਵਾਈਬਰੇਟ ਕਰਦੇ ਆ ਟੂ ਐਂਡ ਫਰੋ। ਟੂ ਐਂਡ ਫਰੋ ਆਹ ਮੋਸ਼ਨ ਹੁੰਦਾ, ਆਹ ਮੋਸ਼ਨ ਜਾਂ ਆਹ ਮੋਸ਼ਨ, ਟੂ ਐਂਡ ਫਰੋ ਮੋਸ਼ਨ ਅਬਾਊਟ ਦੇਅਰ ਮੀਨ ਪੋਜੀਸ਼ਨ। ਤਾਂ ਜਿਹੜੀ ਐਨਰਜੀ ਆਫ ਮੂਵਮੈਂਟ ਹੈ, ਤਾਂ ਹੁਣ ਐਨਰਜੀ ਆਫ ਮੂਵਮੈਂਟ ਕੀ ਮਤਲਬ, ਪਾਰਟੀਕਲਸ ਈਜ਼ੀਲੀ ਮੂਵ ਨਹੀਂ ਕਰ ਸਕਦੇ, ਤਾਂ ਐਨਰਜੀ ਆਫ ਮੂਵਮੈਂਟ ਸੋਲਿਡ 'ਚ ਕੀ ਹੋਊਗੀ, ਸਭ ਤੋਂ ਮਿਨੀਮਮ ਹੋਊਗੀ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ, ਐਟ ਲੋ ਟੈਂਪਰੇਚਰ ਦ ਐਂਪਲੀਟਿਊਡ ਆਫ ਵਾਈਬ੍ਰੇਸ਼ਨ ਆਫ ਮੋਲੀਕਿਊਲ ਇਜ਼ ਸਮੋਲ। ਅਗਰ ਟੈਂਪਰੇਚਰ ਘੱਟ ਹੈ, ਟੈਂਪਰੇਚਰ ਘੱਟ ਹੈ ਮਤਲਬ ਆਪਾਂ ਪਾਰਟੀਕਲਸ ਨੂੰ ਗਰਮ ਨਹੀਂ ਕਰਦੇ ਪਏ। ਮੈਂ ਦੱਸਿਆ ਸੀ ਨਾ, ਜਦੋਂ ਪਾਰਟੀਕਲਸ ਨੂੰ ਗਰਮ ਕਰਦੇ ਹੁੰਦੇ ਆ, ਗਰਮ ਕਰਨ ਦੇ ਕਿਨੈਟਿਕ ਐਨਰਜੀ ਵੱਧ ਜਾਂਦੀ ਹੈ ਅਤੇ ਪਾਰਟੀਕਲਸ ਇੱਧਰ ਉੱਧਰ ਮੂਵ ਕਰਨਾ ਸ਼ੁਰੂ ਕਰ ਜਾਂਦੇ ਆ। ਬਟ ਜਦੋਂ ਟੈਂਪਰੇਚਰ ਲੋ ਹੈ, ਟੈਂਪਰੇਚਰ ਲੋ ਕਰਨ 'ਤੇ ਕਿਨੈਟਿਕ ਐਨਰਜੀ ਵੀ ਕੀ ਹੋਊਗੀ, ਲੋ ਹੋਊਗੀ। ਕਿਨੈਟਿਕ ਐਨਰਜੀ ਲੋ ਮਤਲਬ ਵਾਈਬ੍ਰੇਸ਼ਨ ਵੀ ਪਾਰਟੀਕਲਸ ਸਲੋ ਸ਼ੋ ਕਰਦੇ ਪਏ ਆ। ਐਜ਼ ਅ ਸੋਲਿਡ ਇਜ਼ ਹੀਟਡ, ਜਿਵੇਂ ਮੈਂ ਸੋਲਿਡ ਨੂੰ ਹੀਟ ਕਰਨਾ ਸ਼ੁਰੂ ਕਰੂੰਗੀ ਤਾਂ ਉਹਨਾਂ ਵਿਚਕਾਰ ਜਿਹੜੇ ਪਾਰਟੀਕਲਸ ਹੋਣਗੇ ਉਹ ਫਟਾਫਟ ਕੀ ਮੂਵ ਕਰਨਾ ਸ਼ੁਰੂ ਕਰ ਜਾਣਗੇ, ਹੋਰ ਤੇਜ਼ੀ ਨਾਲ ਮੂਵ ਕਰਨ ਸ਼ੁਰੂ ਹੋ ਜਾਣਗੇ। ਅਤੇ ਮੈਂ ਇੱਕ ਟੈਂਪਰੇਚਰ ਇੱਦਾਂ ਦਾ ਦਊਂਗੀ ਜਿੱਥੇ ਜਾ ਕੇ ਉਹ ਆਪਦੀ ਮੈਕਸੀਮਮ ਮਤਲਬ ਕਿ ਮੂਵਮੈਂਟ ਸ਼ੋਅ ਕਰਨਗੇ, ਮੈਕਸੀਮਮ ਕਿਨੈਟਿਕ ਐਨਰਜੀ ਸ਼ੋਅ ਕਰਨਗੇ। ਅਤੇ ਉਹ ਮੈਕਸੀਮਮ ਕਿਨੈਟਿਕ ਐਨਰਜੀ ਸ਼ੋਅ ਕਰਨ ਦੇ ਚੱਕਰ ਵਿੱਚ ਕੀ ਹੈ, ਉਹਨਾਂ ਵਿੱਚੋਂ ਫੋਰਸ ਆਫ ਅਟਰੈਕਸ਼ਨ ਹੀ ਗਾਇਬ ਹੋ ਜਾਂਦੀ ਹੈ। ਤਾਂ ਪਾਰਟੀਕਲਸ ਕੀ ਹੈ, ਇੱਕ ਦੂਜੇ ਤੋਂ ਦੂਰ ਹੋ ਜਾਂਦੇ ਆ, ਉਹ ਖਿੱਚੇ ਜਾਂਦੇ ਆ। ਜਦੋਂ ਇੱਕੋ ਦਮ ਵਾਈਬਰੇਟ ਹਿੱਲੀ ਜਾਂਦੇ ਆ ਤਾਂ ਉਹਨਾਂ ਵਿੱਚ ਫੋਰਸ ਆਫ ਅਟਰੈਕਸ਼ਨ ਜਮਾਂ ਹੀ ਖਤਮ ਹੋ ਜਾਂਦੀ ਹੈ ਅਤੇ ਪਾਰਟੀਕਲਸ ਕੀ ਹੈ, ਮੂਵ ਕਰਨਾ ਸ਼ੁਰੂ ਕਰ ਦਿੰਦੇ ਆ। ਵਿਚ ਮੀਨਸ ਜਿਵੇਂ ਮੰਨ ਲਓ ਸੋਲਿਡ ਕਨਵਰਟ ਹੁੰਦਾ ਪਿਆ ਲਿਕੁਇਡ ਵਿੱਚ, ਤਾਂ ਹੀ ਕਨਵਰਟ ਹੁੰਦਾ ਪਿਆ ਕਿਉਂਕਿ ਆਪਾਂ ਨੂੰ ਸਫੀਸ਼ੀਐਂਟ ਅਮਾਊਂਟ ਆਫ ਇੱਕ ਟੈਂਪਰੇਚਰ ਦੇ ਰਹੇ ਹਾਂ ਜਿਹਦੇ ਵਿੱਚ ਇੰਟਰਮੋਲੀਕੂਲਰ ਫੋਰਸ ਉਹ ਟੁੱਟ ਜਾਂਦੀ ਹੈ ਅਤੇ ਉਹ ਈਜ਼ੀਲੀ ਬਾਅਦ 'ਚੋਂ ਲਿਕੁਇਡ ਵਿੱਚ ਕਨਵਰਟ ਹੋ ਜਾਂਦਾ। ਠੀਕ ਹੈ, ਤਾਂ ਹੁਣ ਇਹ ਸਾਰੇ ਪੈਰਾਗ੍ਰਾਫ 'ਚ ਇਹੀ ਲਿਖਿਆ ਹੋਇਆ, ਤਾਂ ਇਹ ਤੁਸੀਂ ਪੜ੍ਹ ਲੈਣਾ ਇੱਕ ਵਾਰੀ। ਨੈਕਸਟ ਆ ਗਿਆ ਆਪਣੇ ਕੋਲ ਲਿਕੁਇਡਸ। ਇਨ ਲਿਕੁਇਡ ਸਟੇਟ ਦ ਇੰਟਰਮੋਲੀਕੂਲਰ ਸਪੇਸ ਆਰ ਮੋਰ ਐਜ਼ ਕੰਪੇਅਰ ਟੂ ਸੋਲਿਡਸ। ਸੋਲਿਡਸ ਨਾਲੋਂ ਥੋੜ੍ਹੀ ਬਹੁਤ ਸਪੇਸ ਬਿਟਵੀਨ ਦਾ ਪਾਰਟੀਕਲਸ ਹੁੰਦੀ ਹੈ,
ਪਾਰਟੀਕਲਸ ਵਿੱਚ ਸਪੇਸ ਹੋਣ ਕਰਕੇ ਫੋਰਸ ਆਫ ਅਟਰੈਕਸ਼ਨ ਥੋੜ੍ਹੀ ਜਿਹੀ ਵੀਕ ਹੁੰਦੀ ਹੈ ਐਜ਼ ਕੰਪੇਅਰ ਟੂ ਸੋਲਿਡਸ। ਤਾਂ ਜਦੋਂ ਆਪਾਂ ਨੂੰ ਥੋੜ੍ਹਾ ਜਿਹਾ ਹੀਟ ਦਿੰਦੇ ਹਾਂ, ਜਦੋਂ ਪਾਰਟੀਕਲਸ ਨੂੰ ਥੋੜ੍ਹੀ ਜਿਹੀ ਹੀਟ ਦਿੰਦੇ ਹਾਂ, ਥੋੜ੍ਹੀ ਜਿਹੀ ਹੀਟ ਦੇਣ 'ਤੇ ਕੀ ਹੈ, ਹੋਰ ਦੂਰ ਚੱਲ ਜਾਂਦੇ ਆ, ਹੋਰ ਦੂਰ ਜਾਣ 'ਤੇ ਕੀ ਆਪਦੀ ਸਟੇਟ ਨੂੰ ਚੇਂਜ ਕਰ ਲੈਂਦੇ ਆ। ਠੀਕ ਹੈ, ਤਾਂ ਇਹਦੇ ਵਿੱਚ ਜਿਹੜਾ ਕਨੈਟਿਕ ਐਨਰਜੀ ਹੋਊਗੀ ਬਿਟਵੀਨ ਦਾ ਮੋਲੀਕਿਊਲਸ, ਕਨੈਟਿਕ ਐਨਰਜੀ ਮੀਨਸ ਮੂਵਮੈਂਟ ਕੀ ਹੈ, ਜ਼ਿਆਦਾ ਹੋਊਗੀ ਐਜ਼ ਕੰਪੇਅਰ ਟੂ ਸੋਲਿਡਸ। ਤਾਂ ਜਦੋਂ ਹੀ ਕਹਿੰਦੇ ਆਪਾਂ ਲਿਕੁਇਡ ਨੂੰ ਹੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਹੀਟ ਕਰਨ ਦੇ ਕੀ ਹੈ, ਪਾਰਟੀਕਲਸ ਕਨੈਟਿਕ ਐਨਰਜੀ ਸ਼ੋ ਕਰਦੇ ਆ। ਜਿਵੇਂ ਹੀ ਪਾਰਟੀਕਲਸ ਕਨੈਟਿਕ ਐਨਰਜੀ ਸ਼ੋ ਕਰਨ ਦੀ ਕੋਸ਼ਿਸ਼ ਕਰਦੇ ਆ, ਪਾਰਟੀਕਲਸ ਵਿੱਚੋਂ ਜਿਹੜੀ ਥੋੜ੍ਹੀ ਬਹੁਤ ਵੀ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਉਹ ਵੀ ਟੁੱਟ ਜਾਂਦੀ ਹੈ। ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਟੁੱਟਣ 'ਤੇ ਜਿਹੜਾ ਲਿਕੁਇਡ ਹੈ ਉਹ ਕਾਹਦੇ 'ਚ ਕਨਵਰਟ ਹੋ ਜਾਂਦਾ ਹੈ, ਗੈਸ ਵਿੱਚ। ਤਾਂ ਇੱਦਾਂ ਆਪਾਂ ਸਟੇਟ ਆਫ ਮੈਟਰ ਨੂੰ ਚੇਂਜ ਕਰ ਦਿੰਦੇ ਹਾਂ। ਨੈਕਸਟ ਆ ਗਿਆ ਆਪਣੇ ਕੋਲ ਗੈਸਿਸ ਵਿੱਚ। ਗੈਸਿਸ ਵਿੱਚ ਤਾਂ ਆਪਾਂ ਨੂੰ ਪਤਾ ਹੈ ਕਿ ਪਾਰਟੀਕਲਸ ਕਾਫੀ ਦੂਰ ਦੂਰ ਹੈ। ਪਾਰਟੀਕਲਸ ਕਾਫੀ ਦੂਰ ਦੂਰ ਹੋਣ ਕਰਕੇ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਦਾ ਕਹਿ ਲਓ ਆਲਮੋਸਟ ਜ਼ੀਰੋ ਹੀ ਹੈ। ਇੰਟਰਮੋਲੀਕੂਲਰ ਆਲਮੋਸਟ ਜ਼ੀਰੋ ਹੋਣ ਕਰਕੇ ਉਹ ਸਾਰੇ ਟਾਈਪ ਆਫ ਮੋਸ਼ਨ ਸ਼ੋ ਕਰਦੀ ਹੈ, ਇੱਧਰ ਤੁਰਿਆ ਫਿਰਦਾ, ਉੱਧਰ ਤੁਰਿਆ ਫਿਰਦਾ। ਤਾਂ ਟਰਾਂਸਲੇਟਰੀ ਮੋਸ਼ਨ ਕੀ ਹੈ, ਪ੍ਰੋਪਰ ਹੁੰਦਾ ਇਹਦੇ ਵਿੱਚ। ਤਾਂ ਜਦੋਂ ਆਪਾਂ ਇਹਨੂੰ ਕੀ ਹੈ, ਥੋੜ੍ਹਾ ਜਿਹਾ ਵੀ ਹੀਟ ਕਰਦੇ ਹਾਂ, ਹੀਟ ਵੈਸੇ ਤਾਂ ਕਰਨ ਦੀ ਲੋੜ ਵੀ ਨਹੀਂ ਗੀ, ਤਾਂ ਅਗਰ ਆਪਾਂ ਨੂੰ ਟੈਂਪਰੇਚਰ ਦਿੰਨੇ ਵੀ ਪਏ ਹਾਂ ਤਾਂ ਇਹਦਾ ਹੋਰ ਕਨੈਟਿਕ ਐਨਰਜੀ ਵੱਧ ਜਾਂਦੀ ਹੈ, ਤਾਂ ਹੋਰ ਪਾਰਟੀਕਲਸ ਕੇ ਇੱਧਰ ਉੱਧਰ ਮੂਵ ਕਰਨੇ ਸ਼ੁਰੂ ਕਰ ਜਾਂਦੇ ਆ। ਅਤੇ ਕਨੈਟਿਕ ਐਨਰਜੀ ਜਿਹੜੀ ਗੈਸਿਸ ਦੀ ਹੈ ਉਹ ਸਭ ਤੋਂ ਜ਼ਿਆਦਾ ਮੈਕਸੀਮਮ ਹੁੰਦੀ ਹੈ ਐਜ਼ ਕੰਪੇਅਰ ਟੂ ਸੋਲਿਡਸ ਐਂਡ ਲਿਕੁਇਡਸ।